दस पातशाहियों दे आत्मक स्वरूप जियां नूं तारनहार अमृत दे सोमे धन साहिब श्री गुरु ग्रंथ साहिब जी महाराज सतगुरु जी की रहमत सदका आप जी मनुखा जन्म दियां मिलियां हुई अमोलक घड़ियां नूं सच्चे पातशाह जी की याद विच सफलियां कर रहे हो। वडभागी हन वो जीव जिन्हां नूं सच्चे पातशाह जी की संगत दे करन दा प्यार लग जांदा है। कलयुग दे अंदर वो दुखां तो तकलीफां तो झोरियां तो बच जाते हैं। सतगुरु जी का दसिया होया भाव भगती का सीधा मार्ग सतगुरु जी के उपदेश विचों गुरसिखां नूं प्राप्त हो जाता है, निहाल हो जाते हैं, अपने मनुखा जन्म नूं सफलियां कर लेंदे है। पंथ वाली अमृत के दाते धन गुरु गोबिंद सिंह साहिब जी महाराज ज्योति स्वरूप सतगुरां जी दे आप जी पावन तख्त सचखंड श्री हजूर श्री अविचल नगर साहिब विखे दर्शन दीदार करते हुए संगत दियां घड़ियां दा लाहा प्राप्त कर रहे हो। आओ सतगुरु जी की अमृत बाणी की कथा प्यार शरदा नाल सरवण करिए। सच्चे पातशाह जी दे पवित्र चरणां दा ध्यान करते हुए आखो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु जी। सलोक महला पहला। गरीब नवाज आप नारायण कलातार जग मह परवरियो निरंकार आकार जोत जग मंडल करियो। धन गुरु नानक देव सच्चे पातशाह जी महाराज हजूर अपने श्री कंठ तो श्लोक उचारण करते हैं। आशा दी वार दा पवित्र चौथा शब्द साध संगत जी आरंभ होया है। सच्चे पातशाह जी महाराज जी शेख ब्रह्म दे ताई बख्शिश कर रहे हैं। महाराज सच्चे पातशाह जी तो शेख ब्रह्म ने पूछया सी महाराज ये सारा जो पसारा दिसण विच आ रहा है ये तो महाराज जी जड़ वै, फिर महाराज हरकत दे विच किवें हो रही है। महाराज ने फिर आख्या सी शेख ब्रह्म कुदरत दिसै कुदरत सुनिए कुदरत पाओ सुख सार। ये परमेश्वर दी कुदरत है कि उन्हें जड़ चीज़ां नूं चेतन कर दिता है। उहदी मौज है जदों परमेश्वर दी सत्ता नहीं ना रहिंदी, उहदी कुदरत शक्ति नहीं रहिंदी, फिर हरकत वालियां चीज़ां हरकत नहीं कर सकदियां हन। हरकत तां विच कुदरत कर रही है। सच्चे पातशाह जी महाराज जदों ये बख्शिश कीती फिर पौड़ी विच महाराज आखिया कि लेखा जोखा करन नूं मेरे वाहिगुरु ने धर्म राजा बहालिया होया है।
ਉਹ ਧਰਮ ਦਾ ਸੱਚਾ ਨਿਆਂ ਕਰਦਾ ਹੈ, ਵਾਹਿਗੁਰੂ ਦੇ ਹੁਕਮ ਦਾ ਬੱਝਾ ਹੋਇਆ। ਮਹਾਰਾਜ ਕਹਿੰਦੇ ਜੇ ਕੀਤੇ ਹੋਏ ਪਾਪ ਪਰਲੋਕ ਦੇ ਵਿੱਚ ਕੱਢ ਲਏ ਜਾਣਗੇ, ਫਿਰ ਜੀਵ ਉਹਨਾਂ ਗੁਨਾਹਾਂ ਦੇ ਬਦਲੇ ਤੈਨੂੰ ਕਿੰਨੀ ਮਾਰ ਪਵੇਗੀ ਇਹ ਤੂੰ ਅੰਦਾਜ਼ਾ ਨਹੀਂ ਲਾ ਸਕਦਾ। ਲੁਕਿਆ ਹੋਇਆ ਤੈਨੂੰ ਕੋਈ ਥਾਂ ਵੀ ਨਹੀਂ ਫਿਰ ਮਿਲਣਾ ਲੁਕਣ ਵਾਸਤੇ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਹੇ ਸ਼ੇਖ ਬ੍ਰਹਮ, ਜਿਹੜੇ ਮਨ ਦੇ ਅੰਨੇ ਲੋਕ ਹੈ ਉਹ ਆਪਣੇ ਜਨਮ ਨੂੰ ਬਰਬਾਦ ਕਰ ਲੈਂਦੇ, ਗਵਾ ਲੈਂਦੇ ਆ ਬਦ ਫੈਲੀਆਂ ਵਿੱਚ, ਕੁਕਰਮਾਂ ਦੇ ਅੰਦਰ ਮਨੁੱਖਾ ਜਨਮ ਹਾਰ ਜਾਂਦੇ ਆ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਸਿੱਖਿਆ ਦਿੱਤੀ ਸੀ, ਤੀਸਰੀ ਪੌੜੀ ਸੰਪੂਰਨ ਹੋਈ ਸੀ। ਹੁਣ ਮਹਾਰਾਜ ਜੀ ਇਹ ਚੌਥਾ ਸਤਿਗੁਰੂ ਜੀ ਸ਼ਬਦ ਆਰੰਭ ਦੇ ਫਰਮਾਉਂਦੇ ਹਨ। ਸ਼ਲੋਕ ਮਹਲਾ ਪਹਿਲਾ। ਪੜ੍ਹ ਦਿਓ। ਪਹਿ ਵਿੱਚ ਪਵਨ ਵਹਿ ਸਦ ਵਾਓ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ੇਖ ਬ੍ਰਹਮ ਨੇ ਪੁੱਛਿਆ, ਗਰੀਬ ਨਵਾਜ, ਇਹ ਜੋ ਤੱਤ ਨੇ ਮਹਾਰਾਜ ਜੀ ਇਹ ਕਿਸ ਤਰ੍ਹਾਂ ਸਾਰੇ ਚੱਲ ਰਹੇ ਹੈ? ਤੇ ਮਹਾਰਾਜ ਜੀ ਇਹ ਸਾਰਾ ਕੁਝ ਜੋ ਹਰਕਤ ਹੋ ਰਹੀ ਹੈ ਪਰਮੇਸ਼ਰ ਦੀ ਸੱਤਾ ਕਰਕੇ, ਤੇ ਮਹਾਰਾਜ ਜੀ ਇਹ ਆਪਣੇ ਆਪ ਹੀ ਹਰਕਤ ਹੋਈ ਜਾਂਦੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣ ਕਰਕੇ ਪ੍ਰਸ਼ਨ ਹਜ਼ੂਰ ਫਰਮਾਉਂਦੇ ਆ। ਪਹਿ ਵਿੱਚ ਪਵਨ ਵਹਿ ਸਦ ਵਾਓ। ਸਦ ਵਾਓ ਕਹਿੰਦੇ ਆ ਝੰਜ ਨੂੰ, ਝੱਖੜ ਨੂੰ। ਤੇ ਮਹਾਰਾਜ ਜੀ ਕਹਿੰਦੇ ਜਿਹੜੀਆਂ ਹਵਾਵਾਂ ਚੱਲਦੀਆਂ ਨਾ, ਜਿਹੜੀ ਹਵਾ ਇਹ ਸਦਾ ਹੀ ਪਰਮੇਸ਼ਰ ਦੇ ਮਹਾਰਾਜ ਕਹਿੰਦੇ ਪਹਿ ਵਿੱਚ ਵਗ ਰਹੀ ਹੈ। ਆਪਣੇ ਆਪ ਤਤ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੇ। ਇਹ ਜਿੰਨੇ ਤੱਤ ਨੇ ਵਾਹਿਗੁਰੂ ਦੇ ਭੈ ਵਿੱਚ ਹੀ ਹਰਕਤ ਕਰ ਰਹੇ ਆ, ਹੁਕਮ 'ਚ ਹੀ ਚੱਲ ਰਹੇ ਆ। ਹਵਾ ਵੀ ਜਿਹੜੀ ਵਗ ਰਹੀ ਹੈ ਨਾ, ਇਹ ਪਰਮੇਸ਼ਰ ਦੇ ਭੈ ਵਿੱਚ ਵਗ ਰਹੀ ਹੈ। ਜਿਵੇਂ ਉਹ ਭਾਈ ਜੀਵਾ ਜੀ ਸੀ ਨਾ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਸਿੱਖ ਦਹੀਂ ਲੈ ਕੇ ਜਾਂਦੇ ਸੀ। ਮਹਾਰਾਜ ਇੰਨਾ ਪਿਆਰ ਕਰਦੇ ਸੀ, ਜਿੰਨਾ ਚਿਰ ਭਾਈ ਜੀਵਾ ਦਹੀਂ ਨਾ ਸੀ ਲੈ ਕੇ ਆਉਂਦੇ ਉਹਨਾਂ ਚਿਰ ਮਹਾਰਾਜ ਪ੍ਰਸ਼ਾਦ ਨਾ ਸੀ ਪਾਇਆ ਕਰਦੇ। ਸੱਚੇ ਪਾਤਸ਼ਾਹ ਭਾਈ ਜੀਵਾ ਜੀ ਦਾ ਵੀ ਨਿਯਮ ਸੀਗਾ, ਰੋਜ਼ ਦਹੀਂ ਲੈ ਕੇ ਜਾਣਾ, ਭਾਵਨਾ ਨਾਲ ਗੁਰੂਦੇਵ ਦੀ ਸੇਵਾ ਕਰਨੀ। ਇੱਕ ਦਿਨ ਭਾਈ ਜੀਵਾ ਜਦੋਂ ਤੁਰਨ ਲੱਗੇ ਤੇ ਬਹੁਤ ਝੱਖੜ ਵਗ ਰਿਹਾ ਸੀ, ਇੰਨੀ ਹਨੇਰੀ ਵਗ ਰਹੀ ਸੀ, ਗਰੀਬਾਂ ਦੀਆਂ ਛੰਨਾਂ ਉੱਡਦੀਆਂ ਜਾ ਰਹੀਆਂ ਸੀ, ਮਾਲ ਡੰਗਰ ਬਹੁਤ ਨੁਕਸਾਨ ਹੋ ਰਿਹਾ ਸੀ। ਭਾਈ ਜੀਵੇ ਨੇ ਸੋਚਿਆ ਮਨ ਵਿੱਚ, ਮਨ ਅੱਜ ਨਿਯਮ ਰਹਿ ਜਾਣਾ ਤੇ ਹੋਵੇ ਨਾ ਤੇ ਝੱਖੜ ਹੀ ਬੰਦ ਹੋ ਜੇ। ਤੇ ਭਾਈ ਜੀਵਾ ਹੁਣ ਸੇਵਾ ਕਰਦੇ ਸੀ, ਗੁਰੂਦੇਵ ਦੀ ਸੇਵਾ ਕਰਕੇ ਸਿੱਖ ਵਿੱਚ ਸੁਤੇ ਸ਼ਕਤੀ ਆ ਜਾਂਦੀ ਹੈ। ਉਸੇ ਸਮੇਂ ਝੱਖੜ ਜਿਹੜਾ ਸੀ ਉਹ ਠੱਲ ਗਿਆ। ਜਦੋਂ ਭਾਈ ਜੀਵਾ ਖਡੂਰ ਸਾਹਿਬ ਆਏ ਦਹੀਂ ਲੈ ਕੇ, ਸਤਿਗੁਰੂ ਗਰੀਬ ਨਵਾਜ ਨੇ ਪਿੱਠ ਕਰ ਲਈ ਮਹਾਰਾਜ ਨੇ। ਭਾਈ ਜੀਵਾ ਫਿਰ ਦੂਸਰੇ ਪਾਸੇ ਹੋ ਮੱਥਾ ਟੇਕਿਆ, ਮਹਾਰਾਜ ਫਿਰ ਪਿੱਠ ਕਰ ਦਿੱਤੀ, ਸਤਿਗੁਰਾਂ ਮੁਖ ਫੇਰ ਲਿਆ। ਭਾਈ ਜੀਵਾ ਮਨ ਵਿੱਚ ਘਬਰਾ ਗਏ, ਗੁਰੂਦੇਵ ਨਾਰਾਜ਼ ਹੋ ਗਏ। ਚਰਨੀ ਟੈਕ ਕੇ ਭਾਈ ਜੀਵਾ ਕਹਿੰਦਾ, ਮਹਾਰਾਜ ਮੈਥੋਂ ਕੀ ਭੁੱਲ ਹੋ ਗਈ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਮਾਫ ਕਰ ਦਿਓ। ਮਹਾਰਾਜ ਕਹਿੰਦੇ, ਭਾਈ ਜੀਵਾ ਅੱਜ ਤੂੰ ਪਰਮੇਸ਼ਰ ਦੇ ਹੁਕਮ ਵਿੱਚ ਦਖਲ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਲਪੱਗ ਜੀਵਾਂ, ਸਾਨੂੰ ਪਤਾ ਨਹੀਂ, ਕਿਰਪਾ ਕਰਕੇ ਦੱਸੋ। ਮਹਾਰਾਜ ਕਹਿੰਦੇ, ਚੱਲਦੀ ਹੋਈ ਹਵਾ ਦੇ ਵਿੱਚ ਤੂੰ ਰੋਕਣ ਦਾ ਕਿਉਂ ਸੰਕਲਪ ਕੀਤਾ? ਗਰੀਬ ਨਵਾਜ, ਉਸ ਚੱਲਦੀ ਹੋਈ ਹਵਾ ਨਾਲ ਕਿਹੜਾ ਕਿਸੇ ਦਾ ਕੁਝ ਸੌਰਨਾ ਸੀ। ਗਰੀਬਾਂ ਦੀਆਂ ਝੌਂਪੜੀਆਂ ਉੱਡਦੀਆਂ ਜਾ ਰਹੀਆਂ ਸੀ, ਮਾਲ ਡੰਗਰ ਬੜਾ ਨੁਕਸਾਨ ਹੋ ਰਿਹਾ ਸੀ। ਮਹਾਰਾਜ ਕਹਿੰਦੇ, ਭਾਈ ਜੀਵਾ ਇਹ ਪਰਮੇਸ਼ਰ ਦੇ ਭੈ ਵਿੱਚ ਵਗਦੀ ਹੋਈ ਹਵਾ, ਤੈਨੂੰ ਪਤਾ ਸਮੁੰਦਰਾਂ ਦੇ ਅੱਧ ਵਿੱਚ ਮੱਧ ਵਿੱਚ ਖਲੋਤੇ ਹੋਏ ਜਹਾਜ਼ਾਂ ਦੇ ਲੋਕ ਅਰਦਾਸਾਂ ਕਰ ਰਹੇ ਆ ਕਿ ਹਵਾ ਚੱਲੇ ਤੇ ਅਸੀਂ ਕੰਢੇ ਤੇ ਪਹੁੰਚੀਏ। ਪਰਮੇਸ਼ਰ ਨੂੰ ਤਾਂ ਸਭ ਦੀ ਫਿਕਰ ਵਾ। ਫਿਰ ਇਹ ਤੇਜ਼ ਹਵਾਵਾਂ ਮਿੱਟੀ ਉਡਾ ਕੇ ਸਮੁੰਦਰ ਦੇ ਤਲ ਤੇ ਲਿਜਾਂਦੀਆਂ। ਉਹ ਮਿੱਟੀ ਜਿਹੜੀ ਆ ਨਾ, ਚੀਕਣੀ ਬਣ ਕੇ ਸਮੁੰਦਰ ਦੇ ਥੱਲੇ ਪਹੁੰਚਦੀ, ਉੱਥੇ ਜ਼ਹਿਰੀਲੇ ਸੱਪ ਆਦਿਕ ਖਾ ਕੇ ਮਿੱਟੀ ਨੂੰ ਆਪਣੇ ਪੇਟ ਦੀ ਅੱਗ ਨੂੰ ਸ਼ਾਂਤ ਕਰਦੇ ਆ।
महाराज कहते परमेश्वर दे भै विच सब कुछ चल रहा है ते वाहिगुरु दे भै विच चलदे होए इन्हां तत्तां नूं अपनी किसी मर्जी दे नाल नहीं मोड़ना चाहिए, हुक्म विच दखल हुंदा है। भाई जीवे ने बेनती की महाराज ऐदों अगे नहीं ये गलती करांगा। हुक्म विच साध संगत जी रजा विच चलना यही सतगुरां ने सिख नूं सिखाया है। सिੱਖੀ ਵਿੱਚ ਉਹੋ ਹੀ ਪੂਰਾ ਉਤਰਦਾ ਜਿਹੜਾ ਨਿਰੰਕਾਰ ਦੀ ਰਜਾ ਨੂੰ ਭਾਣੇ ਨੂੰ ਮਿੱਠਾ ਕਰਕੇ ਮੰਨ ਲੈਂਦਾ ਹੈ। ਬੜੀ ਔਖੀ ਘਾਟੀ ਹੈ ਪਰ ਸਾਧ ਸੰਗਤ ਜੀ ਪ੍ਰਾਪਤੀ ਇਸੇ ਹੀ ਮਾਰਗ ਤੇ ਹੈ। ਮਹਾਰਾਜ ਜੀ ਫਰਮਾਉਂਦੇ ਹਨ ਭੈ ਵਿੱਚ ਪਵਨ ਵਹੈ ਸਦ ਵਾਉ। ਸਦ ਵਾਉ ਸਾਧ ਸੰਗਤ ਜੀ ਜਿਹੜੀ ਹਵਾ ਜਿਹੜੀ ਹੈ ਮੱਧਮ ਚੱਲੇ ਤੇ ਠੰਡੀ ਹੋਵੇ ਤੇ ਸੁਗੰਧੀ ਵਾਲੀ ਹੋਵੇ ਉਹਨੂੰ ਵੀ ਸਦਵਾਓ ਕਹਿੰਦੇ ਆ ਵੀ ਸਭ ਨੂੰ ਸੁਖ ਦੇਣ ਵਾਲੀ। ਮਹਾਰਾਜ ਕਹਿੰਦੇ ਭਾਈ ਇਹ ਸਾਰੀ ਹਵਾ ਜਿਹੜੀ ਹੈ ਨਾ ਜਿਹਦੇ 'ਚ 3 ਗੁਣ ਭਰੇ ਹੁੰਦੇ ਆ ਇਹ ਵਾਹਿਗੁਰੂ ਦੇ ਭੈ ਵਿੱਚ ਹੀ ਮਹਾਰਾਜ ਕਹਿੰਦੇ ਹਵਾ ਵਗ ਰਹੀ ਹੈ। ਵਾਹਿਗੁਰੂ ਤੋਂ ਪੁੱਛੇ ਤੋਂ ਬਿਨਾ ਆਪਣਾ ਰੁਖ ਨਹੀਂ ਇਹ ਭਵਾਉਂਦੀ। ਪੁਰਾ ਚੱਲਦਾ ਹੈ ਪੱਛੋਂ ਚੱਲਦਾ ਹੈ ਵਾਹਿਗੁਰੂ ਦੇ ਹੁਕਮ ਵਿੱਚ ਹੀ ਮਹਾਰਾਜ ਕਹਿੰਦੇ ਹਵਾ ਵਗ ਰਹੀ ਹੈ। ਤੇ ਇਹ ਜਿਹੜੇ ਸਾਰਿਆਂ ਦੇ ਸਵਾਸਾਂ ਰੂਪ ਹੋ ਕਰਕੇ ਹਵਾ ਵਗ ਰਹੀ ਨਾ ਅੰਦਰ ਸਵਾਸ ਆ ਰਹੇ ਆ ਬਾਹਰ ਨਿਕਲ ਰਹੇ ਆ ਵਾਹਿਗੁਰੂ ਦੇ ਹੁਕਮ ਵਿੱਚ ਹੀ ਭੈ ਵਿੱਚ ਹੀ ਮਹਾਰਾਜ ਕਹਿੰਦੇ ਹਵਾ ਵਗ ਰਹੀ ਹੈ ਸਦਾ ਹੀ। ਭੈ ਵਿੱਚ ਚੱਲਾ ਹੈ ਲੱਖ ਦਰਿਆਓ। ਫਿਰ ਲੱਖਾਂ ਹੀ ਦਰਿਆ ਇਸ ਧਰਤੀ ਦੇ ਉੱਤੇ ਚੱਲਦੇ ਆ। ਹੁਣ ਸਾਧ ਸੰਗਤ ਜੀ ਇਹ ਮਨੁੱਖ ਜਿਹੜੇ ਐ ਇਹਨਾਂ ਨੇ ਡੈਮ ਆਦਿਕ ਬੰਨ ਕਰਕੇ ਜਾਂ ਸਮੇਂ ਦੇ ਪ੍ਰਭਾਵ ਨਾਲ ਪਰ ਜਦੋਂ ਪਿੱਛੇ ਫਿਰ ਕਿਤੇ ਬਰਖਾ ਜ਼ੋਰ ਦੀ ਹੁੰਦੀ ਹੈ ਤੇ ਹੜ੍ਹ ਆ ਜਾਂਦਾ ਉਹਨਾਂ ਇਲਾਕਿਆਂ ਵਿੱਚ ਵੀ ਇਹਨਾਂ ਨੂੰ ਦਰ ਖੋਲਣੇ ਹੀ ਪੈਂਦੇ ਆ ਨਾ। ਭਾਵੇਂ ਮਨੁੱਖ ਕਹਿੰਦਾ ਕਿ ਮੈਂ ਆਪਣੀ ਮਰਜ਼ੀ ਨਾਲ ਦਰਿਆ ਬੰਨੇ ਹੋਏ ਐ ਪਰ ਪਾਣੀ ਦਾ ਰੁਖ ਨਹੀਂ ਇਹਦੇ ਕੋਲੋਂ ਮੋੜਿਆ ਜਾਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭੈ ਵਿੱਚ ਚੱਲਹਿ ਲੱਖ ਦਰਿਆਓ। ਲੱਖਾਂ ਹੀ ਦਰਿਆ ਜਿਹੜੇ ਇਸ ਪ੍ਰਿਥਵੀ ਤੇ ਵਗ ਰਹੇ ਐ ਵਾਹਿਗੁਰੂ ਦੇ ਭੈ ਵਿੱਚ ਹੁਕਮ ਵਿੱਚ ਚੱਲ ਰਹੇ ਐ। ਬੜੀ ਬੜੀ ਤੁਗਿਆਨੀ ਹੈ ਦਰਿਆਵਾਂ ਦੀ। ਇੰਨਾ ਵਿਸ਼ਾਲ ਜਲ ਜਿਹੜਾ ਉਹ ਠਾਠਾ ਮਾਰਦਾ ਹੋਇਆ ਤੁਰਦਾ ਵਾਹਿਗੁਰੂ ਦੇ ਹੁਕਮ ਵਿੱਚ ਹੀ ਵਗ ਰਹੇ ਐ। ਜਿਵੇਂ ਫਰੀਦ ਜੀ ਦੇ ਜੀਵਨ ਵਿੱਚ ਆਉਂਦਾ ਨਾ ਜਿਹੜੇ ਸਤਿਗੁਰੂ ਜੀ ਨੂੰ ਪ੍ਰਸ਼ਨ ਪੁੱਛ ਰਹੇ ਨੇ ਸ਼ੇਖ ਬ੍ਰਹਮ ਫਰੀਦ ਜੀ ਇਹਨਾਂ ਦੇ ਜੀਵਨ ਵਿੱਚ ਆਉਂਦਾ ਜਿਹੜਾ ਲੁਧਿਆਣਾ ਨਹੀਂ ਸ਼ਹਿਰ ਬਾਬਾ ਫਰੀਦ ਸਾਹਿਬ ਜੀ ਵਿਚਰਦੇ ਹੋਏ ਇੱਥੇ ਆਏ ਉਦੋਂ ਸਤਲੁਜ ਨੇ ਢਾਲ ਆਈ ਹੋਈ ਸੀ ਨਗਰ ਨੂੰ ਤੇ ਲੋਕ ਸਾਰੇ ਇਕੱਠੇ ਹੋਏ। ਫਰੀਦ ਜੀ ਨੂੰ ਵੇਖ ਕਰਕੇ ਕਹਿਣ ਲੱਗੇ ਸਾਈਂ ਫਕੀਰ ਇਹ ਦਰਿਆ ਨੇ ਢਾਲ ਆ ਦਿੱਤੀ ਹੈ ਤੇ ਤੂੰ ਕਿਰਪਾ ਕਰਕੇ ਕੋਈ ਦੁਆ ਹੀ ਕਰ ਕਿ ਜਿਹੜਾ ਦਰਿਆ ਢਾਹ ਨਾ ਲਾਵੇ ਸਾਡਾ ਨਗਰ ਬਚ ਜੇ ਇਹ ਰੁੜੇ ਨਾ। ਫਰੀਦ ਜੀ ਨੇ ਕਿਹਾ ਵੀ ਅੱਛਾ ਦੁਆ ਕਰਦੇ ਆ। ਲੋਕਾਂ ਦੇ ਭਲੇ ਲਈ ਬਾਬਾ ਫਰੀਦ ਸਾਹਿਬ ਨੇ ਤੇ ਸਮੇਂ ਮੁਸ਼ੱਲਾ ਵਿਛਾ ਕੇ ਨਾ ਅੱਲਾ ਦੇ ਅੱਗੇ ਦੁਆ ਕੀਤੀ। ਦੁਆ ਵਿੱਚ ਕਹਿੰਦੇ ਨੇ ਕੰਧੀ ਵਹਿਣ ਨਾ ਢਾਏ ਤਾਹੋ ਪੀ ਲੇਖਾ ਦੇਵਣਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਹੇ ਵਹਿਣ ਦਰਿਆ ਤੂੰ ਇਸ ਕੰਧੀ ਨੂੰ ਢਾ ਨਾ ਕਿਉਂਕਿ ਤਾਹੋ ਪੀ ਲੇਖਾ ਦੇਵਣਾ ਇੰਨੇ ਜੀ ਮਰ ਜਾਣਗੇ ਨਗਰ ਉੜ ਜਾਏਗਾ ਤੈਨੂੰ ਵੀ ਲੇਖਾ ਦੇਣਾ ਪਊਗਾ। ਜਦੋਂ ਬਾਬਾ ਫਰੀਦ ਸਾਹਿਬ ਨੇ ਇਉਂ ਦੁਆ ਕੀਤੀ ਨਾ ਕਹਿੰਦੇ ਸਗੋਂ ਦਰਿਆ ਛੱਲਾ ਮਾਰਦਾ ਹੋਇਆ ਢਾਹ ਨੂੰ ਡਿੱਗਣ ਲੱਗ ਪਿਆ। ਡਿੱਗਣ ਲੱਗ ਪਈਆਂ ਸਗਾਂ ਤੇ ਲੋਕ ਹੈਰਾਨ ਹੋਏ ਕਿ ਸਾਈਂ ਫਕੀਰ ਨੇ ਦੁਆ ਕੀ ਕੀਤੀ ਤੇ ਦਰਿਆ ਤੇ ਹੋਰ ਢਾਹ ਲਾਉਣ ਲੱਗ ਪਿਆ। ਜਦੋਂ ਬਾਬਾ ਫਰੀਦ ਸਾਹਿਬ ਨੇ ਵੇਖਿਆ ਦਰਿਆ ਹੋਰ ਚੜਨ ਲੱਗ ਪਿਆ ਕਹਿੰਦੇ ਕੋਈ ਕਹੀ ਨਹੀਂ ਹੈ। ਉਹ ਕਹਿਣ ਲੱਗੇ ਮਹਾਰਾਜ ਕੀ ਕਰਨੀ ਹੈ ਸਾਈਂ ਜੀ? ਕਹਿੰਦੇ ਲਿਆਓ ਤਾਂ ਸਹੀ। ਜਦੋਂ ਕਹੀ ਲਿਆ ਕੇ ਦਿੱਤੀ ਬਾਬਾ ਫਰੀਦ ਸਾਹਿਬ ਉਸ ਕੰਧੀ ਨੂੰ ਨਾ ਜਿਹੜੀ ਦਰਿਆ ਢਾਹ ਰਿਹਾ ਸੀ ਕਈ ਨਾਲ ਵੱਢ ਕੇ ਦਰਿਆ 'ਚ ਹੀ ਸੁੱਟਣ ਲੱਗ ਪਏ। ਉਹ ਲੋਕ ਕਹਿੰਦੇ ਆ ਸਾਈਂ ਤੂੰ ਕੀ ਕਰਦਾ ਸਗੋਂ ਇਹ ਬੰਨ ਵੱਟਾ ਜਿਹੜਾ ਤੂੰ ਢਾਹ ਜਿਹੜੀ ਹੈ ਇਹ ਵੱਢ ਕੇ ਸਿੱਟੀ ਜਾਂਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿੱਧਰ ਰੱਬ ਰਜਾਏ ਵਹਿਣ ਤਦਾਉ ਗਾਉ ਕਰੇ ਕਿ ਮੈਂ ਅੱਲਾ ਤੋਂ ਉਲਟ ਕਿਉਂ ਚੱਲਾਂ। ਜਿੱਧਰ ਅੱਲਾ ਦੀ ਮਰਜ਼ੀ ਹੈ ਨਾ
ਜਿੱਧਰ ਰੱਬ ਰਜਾਏ, ਜਿੱਧਰ ਰੱਬ ਦੀ ਰਜਾ ਹੈ, ਵਹਿਣ ਤਦਾਉ ਗਾਉ ਕਰੇ, ਦਰਿਆ ਉਧਰ ਨੂੰ ਹੀ ਗਵਨ ਕਰਦੇ। ਤੇ ਜਦੋਂ ਫਰੀਦ ਜੀ ਨੇ ਉਹ ਢਾਹ ਨੂੰ ਹੀ ਵੱਢਿਆ ਨਾ, ਸੁੱਟ ਵਿੱਚ ਸੁੱਟਣ ਲੱਗ ਪਏ, ਉਸੇ ਸਮੇਂ ਜਦੋਂ ਰਜਾ 'ਚ ਦਿਲ ਆ ਗਿਆ ਨਾ, ਦਰਿਆ ਜਿਹੜਾ ਸੀ ਉਹ ਸਾਧ ਸੰਗਤ ਜੀ ਆਪਣਾ ਰੁਖ ਹੀ ਮੋੜ ਗਿਆ, ਪਿੱਛੇ ਹਟ ਗਿਆ ਦਰਿਆ ਉਸ ਸਮੇਂ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਆ, ਸ਼ੇਖ ਬ੍ਰਹਮ ਵਾਹਿਗੁਰੂ ਦੇ ਹੁਕਮ ਵਿੱਚ ਸਾਰੀ ਪ੍ਰਕਿਰਤੀ ਦੀ ਹਰਕਤ ਹੋ ਰਹੀ ਹੈ। ਵਾਹਿਗੁਰੂ ਦਾ ਭੈ ਮੰਨਦੇ ਹੋਏ ਇਹ ਦਰਿਆ ਜਿਹੜੇ ਆ ਰਾਤ ਦਿਨ ਸ਼ੂਕਦੇ ਹੋਏ ਚੱਲ ਰਹੇ ਆ। ਭੈ ਵਿੱਚ ਕਹੇ ਲੱਖ ਦਰਿਆਓ, ਇਹ ਲੱਖਾਂ ਹੀ ਦਰਿਆ ਵਾਹਿਗੁਰੂ ਦੇ ਭੈ ਵਿੱਚ ਚੱਲ ਰਹੇ ਆ। ਭੈ ਵਿੱਚ ਅਗਨ ਕਢਾਵੇ ਗਾਰ, ਫਿਰ ਜਿਹੜੀ ਅੱਗ ਵੈ, ਜਿਵੇਂ ਵਿਗਾਰੀ ਨਹੀਂ ਹੁੰਦੇ ਪਕੜ ਕੇ ਉਹਨਾਂ ਕੋਲੋਂ ਕੰਮ ਕਰਵਾਈਦਾ ਹੈ, ਇਵੇਂ ਇਹ ਜਿਹੜੀ ਅੱਗ ਹੈ ਨਾ ਵਾਹਿਗੁਰੂ ਦੇ ਭੈ ਵਿੱਚ ਲੋਕਾਂ ਦੀਆਂ ਵਕਾਰਾਂ ਕੱਢਦੀ ਫਿਰਦੀ ਹੈ। ਕਦੇ ਚੁੱਲ੍ਹੇ ਤੇ ਰੋਟੀ ਬਣਾ ਦਿੰਦੀ ਹੈ, ਕਦੇ ਕੋਈ ਦਾਲ ਭਾਜੀ ਸਬਜ਼ੀ ਬਣਾ ਦਿੰਦੀ ਹੈ। ਇਹ ਵਕਾਰਾਂ ਕੱਢਦੀ ਹੈ, ਲੋਕਾਂ ਦੇ ਕੰਮ ਕਰਦੀ ਹੈ, ਸਭ ਦੇ ਵਾਹਿਗੁਰੂ ਦੇ ਭੈ ਵਿੱਚ ਹੈ, ਹੁਕਮ ਵਿੱਚ ਹੈ। ਇਹ ਅੱਗ ਸਾਰਿਆਂ ਦੇ ਕੰਮ ਜਿਹੜੇ ਉਹ ਕਰਦੀ ਹੈ, ਨਿਤਾ ਪ੍ਰਤੀ ਰਾਤ ਦਿਨ ਜੀਆਂ ਦੇ ਕੰਮ ਸਵਾਰਦੀ ਹੈ। ਇਸੇ ਪ੍ਰਕਾਰ ਭੈ ਵਿੱਚ ਅਗਨ ਕਢਾਵੇ ਗਾਰ, ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭੈ ਵਿੱਚ ਜਿਹੜੀ ਅਗਨੀ ਹੈ ਨਾ, ਇਹ ਇਹੋ ਜਿਹਾ ਕੰਮ ਕਰਦੀ ਹੈ ਕਿ ਵਿਗਾੜ ਵੀ ਦਿੰਦੀ ਹੈ। ਫਿਰ ਭੈ ਵਿੱਚ ਵਗਦੀ ਹੋਈ ਇਹ ਮੱਚਦੀ ਹੋਈ ਸਰੀਰ ਨੂੰ ਵੀ ਮਚਾ ਸਿੱਟਦੀ ਹੈ, ਇਹ ਜੰਗਲ ਵੀ ਸਾੜ ਦਿੰਦੀ ਹੈ। ਜਿੱਥੇ ਫਿਰ ਇਹ ਬੇਕਾਬੂ ਹੋ ਜਾਂਦੀ ਹੈ ਨਾ, ਫਿਰ ਉੱਥੇ ਕਿਸੇ ਦਾ ਬਸ ਨਹੀਂ ਚੱਲਦਾ। ਆ ਬਾਹਰਲਿਆਂ ਦੇਸ਼ਾਂ ਵਿੱਚ ਇੰਨੀ ਤਰੱਕੀ ਹੈ, ਪਰ ਫਿਰ ਵੀ ਸਾਧ ਸੰਗਤ ਜੀ ਜਦੋਂ ਉੱਥੇ ਜੰਗਲਾਂ ਨੂੰ ਕਿਤੇ ਗਰਮੀਆਂ 'ਚ ਅੱਗ ਲੱਗ ਜਾਂਦੀ ਹੈ ਤੇ ਉਹਨਾਂ ਕੋਲ ਵੀ ਬੇਵਸੀ ਹੋ ਜਾਂਦੀ ਹੈ, ਅੱਗ ਕੰਟਰੋਲ ਨਹੀਂ ਹੁੰਦੀ, ਜੰਗਲਾਂ ਦੇ ਜੰਗਲ ਸਾੜ ਦਿੰਦੀ ਹੈ। ਅਮਰੀਕਾ ਵਿੱਚ ਕਈ ਵਾਰ ਅੱਗ ਲੱਗੀ ਤੇ ਬਹੁਤ ਸਾਰਾ ਜਿਹੜਾ ਹੈ ਕੈਲੀਫੋਰਨੀਆ ਵਿੱਚ ਜੀਆਂ ਦਾ ਨੁਕਸਾਨ ਹੋਇਆ। ਉਹ ਅੱਗ ਜਿਹੜੀ ਹੈ ਇਹ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਭੈ ਵਿੱਚ ਹੈ, ਹੁਕਮ ਵਿੱਚ ਵੈ। ਇਸ ਪ੍ਰਕਾਰ ਇਹ ਕੰਮ ਵਿਗਾੜ ਵੀ ਦਿੰਦੀ ਹੈ ਤੇ ਵਿਗਾੜ ਕੱਢਣੀ ਭਾਵ ਜੀਆਂ ਦੇ ਕੰਮਾਂ ਨੂੰ ਹੁਕਮ ਵਿੱਚ ਬੱਝੀ ਹੋਈ ਭੈ ਵਿੱਚ ਚੱਲਦੀ ਹੋਈ ਕੰਮਾਂ ਨੂੰ ਵੀ ਕਰਦੀ ਹੈ। ਭੈ ਵਿੱਚ ਧਰਤੀ ਕੱਪੀ ਪਹਾੜ, ਜਿਹੜੀ ਧਰਤੀ ਹੈ ਸਾਇੰਸ ਕਹਿੰਦੀ ਹੈ ਕਿ ਧਰਤੀ ਚੱਲਦੀ ਹੈ। ਸਾਧ ਸੰਗਤ ਜੀ ਇਹ ਧਰਤੀ ਦਾ ਚੱਲਣਾ ਦੋ ਤਰ੍ਹਾਂ ਸਾਇੰਸ ਨੇ ਮੰਨਿਆ ਹੋਇਆ ਹੈ। ਇੱਕ ਤਾਂ ਧਰਤੀ ਕਹਿੰਦੇ ਆ ਕਿ ਧਰਤੀ ਜਿਹੜੀ ਹੈ ਉਹ ਗੋਲਾਕਾਰ ਘੁੰਮ ਰਹੀ ਹੈ, ਜਿਹਦੇ ਕਰਕੇ ਦਿਨ ਤੇ ਰਾਤ ਹੋ ਰਹੇ ਹੈ। ਤੇ ਇੱਕ ਇਹ ਸਾਰੇ ਜਿਹੜਾ ਹੈ ਤਾਰਾ ਮੰਡਲ ਦੇ ਨਾਲ ਹੀ ਸੂਰਜ ਦਾ ਚੱਕਰ ਕੱਟਦੀ ਹੈ, ਜਿਹਦੇ ਨਾਲ ਇਹਨਾਂ ਨੇ ਆਪਣੀ ਗਿਣਤੀ ਕੀਤੀ ਹੋਈ ਹੈ ਕਿ 365 ਆਦਿਕ ਜਿਹੜੇ ਦਿਨ ਤੇ ਸਾਲ ਜਿਹੜੇ ਆ ਉਹ ਇਸ ਚੱਕਰ ਨਾਲ ਬਤੀਤ ਹੁੰਦੇ ਆ। ਇਹ ਸਾਧ ਸੰਗਤ ਜੀ ਜੀਆਂ ਨੂੰ ਕੋਈ ਅਨੁਮਾਨ ਨਹੀਂ ਕਿ ਧਰਤੀ ਚੱਲਦੀ ਹੈ ਜਾਂ ਖੜੀ ਹੈ। ਇਹ ਕਿਹਾ ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਨੂੰ ਬਾਰੇ ਕੀ ਕਹਿ ਸਕਦਾ ਜੀਵ, ਜਿਸ ਤਰ੍ਹਾਂ ਦਾ ਮੰਨ ਰਿਹਾ ਨਾ ਉਸ ਤਰ੍ਹਾਂ ਦਾ ਹੋਵੇ ਨਾ, ਉਹਨੂੰ ਭਰਮ ਕਹਿੰਦੇ ਆ। ਕਈ ਚੀਜ਼ਾਂ ਨੂੰ ਇਹਨਾਂ ਨੇ ਜਿਹੜੇ ਇਹਨਾਂ ਦੇ ਵੱਡੇ ਵੱਡੇ ਮਿਊਜ਼ੀਅਮ ਬਣਾਏ ਆ, ਉੱਥੇ ਇਹਨਾਂ ਨੇ ਦਰਸਾਈਆਂ ਹੋਈਆਂ। ਜਿਵੇਂ ਸਾਧ ਸੰਗਤ ਜੀ ਜਿਹੜੇ ਯਾਤਰੂ ਕੋਈ ਟ੍ਰੇਨ ਵਿੱਚ ਸਫ਼ਰ ਕਰਕੇ ਆਏ ਆ, ਉਦਾਹਰਨ ਦੇ ਤੌਰ ਤੇ ਦੱਸਣ ਲੱਗੇ ਆ, ਜਦੋਂ ਤੁਹਾਡੀ ਟ੍ਰੇਨ ਚੱਲਦੀ ਕਿਤੇ ਸਟੇਸ਼ਨ ਤੇ ਖਲੋ ਜਾਂਦੀ ਹੈ ਤੇ ਲਾਗੋਂ ਦੀ ਤੁਹਾਡੇ ਚੱਲਦੀ ਹੋਈ ਟ੍ਰੇਨ ਲੰਘਦੀ ਹੈ ਨਾ ਜਦੋਂ, ਤੇ ਅਚਨਚੇਤ ਉਸ ਚੱਲਦੀ ਹੋਈ ਟ੍ਰੇਨ ਵੱਲ ਵੇਖ ਕੇ ਇਉਂ ਪ੍ਰਤੀਤ ਹੁੰਦਾ ਕਿ ਸਾਡੀ ਵੀ ਟ੍ਰੇਨ ਚੱਲ ਰਹੀ ਹੈ, ਪਰ ਉਹ ਚੱਲ ਨਹੀਂ ਰਹੀ ਹੁੰਦੀ, ਖਲੋਤੀ ਹੁੰਦੀ ਹੈ। ਪਰ ਘੜੀ ਪਲ ਲਈ ਭਰਮ ਪੈ ਜਾਂਦਾ ਹੈ। ਜਦੋਂ ਜੀਵ ਗੌ ਨਾ ਵੇਖਦਾ ਸਟੇਸ਼ਨ ਤੇ ਫਿਰ ਉਹਨੂੰ ਉਧਰਲੇ ਬੰਨੇ ਵੇਖਿਆ ਪ੍ਰਤੀਤ ਹੁੰਦਾ ਨਹੀਂ ਇਹ ਤਾਂ ਖਲੋਤੀ ਪਈ ਹੈ, ਕਿਉਂਕਿ ਉਹ ਖੜੇ ਜੀਵ ਦਿਸ ਪੈਂਦੇ ਆ। ਫਿਰ ਉਹਨੂੰ ਇਹ ਖਲੋਤੀ ਹੋਈ ਟ੍ਰੇਨ ਪ੍ਰਤੀਤ ਹੁੰਦੀ। ਜਦੋਂ ਚੱਲਦੀ ਵੱਲ ਵੇਖਦਾ ਉਦੋਂ ਉਹਨੂੰ ਇਹ ਜਿਹੜੀ ਹੈ ਨਾ ਇਹ ਸਾਧ ਸੰਗਤ ਜੀ ਆਪਣੀ ਵੀ ਟ੍ਰੇਨ ਚੱਲਦੀ ਪ੍ਰਤੀਤ ਹੁੰਦੀ ਹੈ। ਇਹਦਾ ਕਈਆਂ ਥਾਵਾਂ ਤੇ ਇਹ ਦਰਸਾਇਆ ਹੈ ਕਿ ਜਿਵੇਂ ਸਾਡੇ ਆਲੇ ਦੁਆਲੇ ਕੋਈ ਚੀਜ਼ ਚੱਲ ਰਹੀ ਹੈ ਤੇ ਉਹਨੂੰ ਵੇਖੀਏ ਤੇ ਆਪਣੇ ਆਪ ਨੂੰ ਵੀ ਅਸੀਂ ਚੱਲਦੇ ਪ੍ਰਤੀਤ ਕਰ ਲੈਨੇ ਆ।
ਪਰ ਅਸੀਂ ਤਾਂ ਖੜੇ ਹੀ ਹੁੰਨੇ ਆ। ਇਹ ਜਿਹੜੀ ਧਰਤੀ ਹੈ ਨਾ, ਇਹਦੇ ਆਲੇ ਦੁਆਲੇ ਸਭ ਕੁਝ ਚੱਲ ਰਿਹਾ ਹੈ ਜੋ ਸਤਿਗੁਰੂ ਜੀ ਕਹਿੰਦੇ ਆ। ਅੱਗੇ ਆਉਣਗੀਆਂ ਪੰਕਤੀਆਂ ਜਿਨ੍ਹਾਂ ਨੂੰ ਮਹਾਰਾਜ ਨੇ ਚੱਲਦੇ ਆਖਿਆ ਹੈ। ਜਿੱਥੇ ਨਾਸ਼ਵੰਤ ਕਿਹਾ, ਚਲੇ ਜਾਣ ਵਾਸਤੇ ਕਿਹਾ, ਉੱਥੇ ਮਹਾਰਾਜ ਨੇ ਕਿਹਾ ਵੀ ਇਹ ਧਰਤੀ, ਸੂਰਜ, ਆਕਾਸ਼, ਤਾਰੇ, ਚੰਦਰਮਾ ਸਭ ਚਲੇ ਜਾਣਗੇ, ਭਾਵ ਰਹਿਣਗੇ ਨਹੀਂ, ਕਿਉਂਕਿ ਇਹ ਸਦਾ ਨਹੀਂ ਹੈ ਚੀਜ਼ਾਂ, ਪਰਮੇਸ਼ਰ ਸਦਾ ਰਹਿਣ ਵਾਲਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗੁਰੂ ਬਾਬਾ ਜੀ ਫਰਮਾਉਂਦੇ ਹਨ, ਭੈ ਵਿੱਚ ਧਰਤੀ ਦੱਬੀ ਪਹਾੜ। ਕਿ ਵਾਹਿਗੁਰੂ ਦੇ ਭੈ ਵਿੱਚ ਜਿਹੜੀ ਧਰਤੀ ਹੈ ਨਾ, ਇਹ ਭਾਰ ਦੇ ਨਾਲ ਦੱਬੀ ਖੜੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਧਰਤੀ ਦੱਬੀ ਹੈ ਵਾਹਿਗੁਰੂ ਦੇ ਭੈ ਦੇ ਅੰਦਰ, ਤੇ ਇਹ ਖੜੀ ਹੈ। ਪਰ ਸਾਇੰਸ ਅਜੇ ਕਹਿ ਰਹੀ ਹੈ ਕਿ ਧਰਤੀ ਦੋ ਤਰ੍ਹਾਂ ਨਾਲ ਚੱਲ ਰਹੀ ਹੈ। ਸਤਿਗੁਰੂ ਗਰੀਬ ਨਵਾਜ ਦੀ ਬਾਣੀ ਨੂੰ ਵੇਖ ਵੇਖ ਕੇ ਬੜੀਆਂ ਖੋਜਾਂ ਕਰਦੇ ਆ, ਤੇ ਤਾਂ ਮਹਾਰਾਜ ਨੂੰ ਹੀ ਪਾਇਆ ਤਾਂ ਉੱਥੇ ਤੱਕ ਲਿਜਾ ਸਕਦੇ ਆ। ਆਪੂ ਤਾਂ ਕੋਈ ਮਰਜ਼ੀ ਨਹੀਂ, ਕਿਸੇ ਦਾ ਜ਼ੋਰ ਨਹੀਂ। ਜੀਵ ਦੀ ਬੁੱਧੀ ਕਿੱਡੀ ਕੀ ਸਮਝ ਸਕਦਾ। ਤੇ ਕਦੇ ਸਾਇੰਸ ਕਹਿੰਦੀ ਹੁੰਦੀ ਸੀ ਸੂਰਜ ਖੜਾ ਹੈ, ਤੇ ਜਿਸ ਨੇ ਕਿਹਾ ਸੀ ਸੂਰਜ ਚੱਲਦਾ, ਉਹਨੂੰ ਪਕੜ ਕੇ ਕਤਲ ਕਰ ਦਿੱਤਾ ਸੀ ਉਥੋਂ ਦੇ ਰਾਜੇ ਨੇ। ਸਾਧ ਸੰਗਤ ਜੀ, ਇਹ ਜਿਹੜੀਆਂ ਚੀਜ਼ਾਂ ਨਾ ਕੁਦਰਤ ਦੀਆਂ, ਇਹ ਤਾਂ ਵੇਖੋ ਜਿਹੜਾ ਕੋਈ ਅਧਿਆਤਮਕ ਸ਼ਕਤੀ ਦੇ ਸਹਿਤ ਹੁੰਦਾ ਉਹਨੂੰ ਅਨੁਭਵ ਹੁੰਦਾ। ਤੇ ਹੁਣ ਖੁਦ ਨਿਰੰਕਾਰ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਕਹਿ ਰਹੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਭੈ ਵਿੱਚ ਜਿਹੜੀ ਹੈ ਨਾ ਧਰਤੀ, ਇਹ ਭੈ ਦੇ ਭਾਰ ਨਾਲ ਹੀ ਦੱਬੀ ਹੋਈ ਹੈ। ਫਿਰ ਇਹਦੇ ਉੱਤੇ ਵੇਖੋ ਕਿੰਨੇ ਜੰਗਲ ਹੈ, ਬਨਸਪਤੀ ਹੈ, ਪਹਾੜ ਨੇ, ਇੰਨੇ ਜੀਵ ਜੰਤ ਤੁਰੇ ਫਿਰਦੇ ਆ। ਇੰਨਾ ਭਾਰ ਹੈ, ਪਰਮੇਸ਼ਰ ਦੇ ਭੈ ਵਿੱਚ ਹੀ ਇਹ ਭਾਰ ਸਹਾਰੀ ਖੜੀ ਹੈ। ਜਦੋਂ ਮਹਾਰਾਜ ਜੀ ਨੇ ਇਹ ਵੀ ਬਚਨ ਕਹੇ ਆ ਨਾ ਕਿ ਧਰਤੀ ਦੇ ਭਾਰ ਦੇ ਸਹਾਰਨ ਵਾਸਤੇ ਪਰਮੇਸ਼ਰ ਨੇ ਇਹਨੂੰ ਨਾਮ ਦਾ ਆਸਰਾ ਦਿੱਤਾ ਹੋਇਆ ਹੈ। ਤੇ ਜਦੋਂ ਧਰਤੀ ਤੇ ਪਾਪ ਵਧਣ ਲੱਗ ਗਏ ਸੀ, ਤੇ ਧਰਤੀ ਨੇ ਹੀ ਪੁਕਾਰ ਕੀਤੀ ਸੀ ਨਿਰੰਕਾਰ ਦੇ ਅੱਗੇ। ਉਹ ਸ਼ਬਦ ਕਹੇ ਨਾ ਕਿ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਇਉਂ ਧਰਤੀ ਨੇ ਫਿਰ ਅਰਦਾਸ ਕੀਤੀ ਸੀ ਕਿ ਮਹਾਰਾਜ ਮੇਰੇ ਤੇ ਇੰਨਾ ਭਾਰ ਵੱਧ ਗਿਆ, ਹੁਣ ਮੇਥੋਂ ਝੱਲਿਆ ਨਹੀਂ ਜਾਂਦਾ ਹੈ। ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਉਹੋ ਹੀ ਸ਼ਬਦ ਲੈ ਕੇ ਨਾ ਫਿਰ ਆਪਣੀਆਂ ਵਾਰਾਂ ਵਿੱਚ ਕਹੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਸਤਿਗੁਰੂ ਜੀ ਦਾ ਆਉਣਾ, ਇਹ ਨਿਰੰਕਾਰ ਦੇ ਅੱਗੇ ਧਰਤੀ ਨੇ ਪੁਕਾਰ ਕੀਤੀ ਸੀ। ਤੇ ਫਿਰ ਵਾਹਿਗੁਰੂ ਜੀ ਨੇ ਕਿਹਾ ਕਿ ਬੜੇ ਅਵਤਾਰ ਭੇਜੇ ਇਸ ਕਾਰਜ ਨੂੰ, ਕਿਸੇ ਨੇ ਧਰਤੀ ਦਾ ਭਾਰ ਨਹੀਂ ਚੱਕਿਆ। ਧਰਤੀ ਨੂੰ ਕਿਹਾ ਅੱਛਾ ਹੁਣ ਅਸੀਂ ਆਪ ਹੀ ਆਵਾਂਗੇ। ਫਿਰ ਸਾਰੀ ਕਾਇਨਾਤ ਦਾ ਖਾਵੰਦ ਮਾਲਕ ਹੀ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਆਏ ਐ। ਫਿਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਿਵੇਂ ਜਿਵੇਂ ਅਸੀਂ ਤੇਰੇ ਤੇ ਆ ਕੇ ਫਿਰ ਕੀਰਤਨ ਕਰਾਂਗੇ ਨਾ, ਤਿਵੇਂ ਤੇਰੇ ਪਾਪਾਂ ਦਾ ਬੋਝ ਉਠਾ ਦੇਾਂਗੇ, ਤੈਨੂੰ ਹਲਕਿਆਂ ਕਰ ਦੇਾਂਗੇ। ਤੇ ਮਹਾਰਾਜ ਜੀ ਨੇ ਆਖਿਆ ਸਾਡੇ ਸਿੱਖ ਜਦੋਂ ਕੀਰਤਨ ਕਰਦੇ ਆ, ਇਹ ਆਸਾ ਜੀ ਦਾ ਵਾਰ ਦਾ ਕੀਰਤਨ ਜਿਹੜਾ ਹੁੰਦਾ ਨਾ ਗੁਰੂ ਘਰਾਂ ਦੇ ਅੰਦਰ, ਇਹ ਸਾਧ ਸੰਗਤ ਜੀ ਧਰਤੀ ਦਾ ਭਾਰ ਹੀ ਸਿੱਖ ਚੱਕਦੇ ਆ। ਇਹ ਭਾਰ ਹੀ ਜਿਹੜਾ ਨਾ ਧਰਤੀ ਦਾ ਹਲਕਾ ਕਰਦੇ ਆ। ਇਹਨਾਂ ਸਤਿਗੁਰਾਂ ਨੇ ਧਰਤੀ ਦੇ ਉੱਤੇ ਸੁੱਖ ਵਰਤਾਇਆ ਗਰੀਬ ਨਵਾਜ ਜੀ ਨੇ। ਮਹਾਰਾਜ ਕਹਿੰਦੇ ਭਾਈ ਭੈ ਵਿੱਚ ਹੀ ਵਾਹਿਗੁਰੂ ਦੇ ਇਹ ਸ਼ੇਖ ਬ੍ਰਹਮ, ਧਰਤੀ ਜਿਹੜੀ ਹੈ ਭਾਰ ਦੇ ਥੱਲੇ ਦੱਬੀ ਖੜੀ ਹੈ। ਭੈ ਵਿੱਚ ਇੰਦ ਫਿਰਾ ਸਿਰ ਭਾਰ, ਤੇ ਭੈ ਦੇ ਵਿੱਚ ਹੀ ਜਿਹੜੇ ਇੰਦ ਬੱਦਲ ਹਨ ਇਹ ਸਿਰ ਭਾਰ ਹੋ ਕਰਕੇ ਵਰਸਦੇ ਫਿਰਦੇ ਆ। ਵਾਹਿਗੁਰੂ ਦੇ ਹੁਕਮ 'ਚ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਬੱਦਲ ਵੀ ਜੋ ਵਰਖਾ ਕਰਦੇ ਆ। ਭੈ ਵਿੱਚ ਰਾਜਾ ਧਰਮ ਦਵਾਰ, ਤੇ ਜਿਹੜਾ ਧਰਮ ਰਾਜਾ ਹੈ ਇਹ ਦੁਆਰੇ ਤੇ ਖੜਾ ਪਰਮੇਸ਼ਰ ਦੇ, ਇਹ ਡਰ ਰਿਹਾ ਕਿ ਕਿਤੇ ਮੇਰੇ ਕੋਲੋਂ ਅਨਿਆਂ ਨਾ ਹੋ ਜੇ, ਮੈਂ ਵੀ ਵੱਜ ਜਾਵਾਂਗਾ। ਅਨਿਆਂ ਨਹੀਂ ਕਰ ਸਕਦਾ, ਇਹ ਧਰਮ ਦਾ ਨਿਆਂ ਕਰਦਾ ਹੈ। ਥੋੜੀ ਜੀ ਆਵਾਜ਼ ਠੀਕ ਕਰ ਦਿਓ। ਧਰਮ ਦਾ ਨਿਆਂ ਕਰਦਾ ਧਰਮ ਰਾਜਾ। ਇਹ ਭੈ ਵਿੱਚ ਹੈ, ਪਰਮੇਸ਼ਰ ਤੋਂ ਡਰਦਾ ਹੋਇਆ ਧਰਮ ਰਾਜਾ ਵੀ ਨਿਆਂ ਕਰਦਾ, ਕਿਉਂਕਿ ਮਹਾਰਾਜ ਨੇ ਕਿਹਾ ਜੋ ਪੰਕਤੀਆਂ ਆਈਆਂ ਸੀਗੀਆਂ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਉਹ ਸੱਚ ਦਾ ਨਿਬੇੜਾ ਕਰਦਾ ਹੈ।
ਵਾਹਿਗੁਰੂ ਦੇ ਭੈ ਵਿੱਚ ਡਰਦਾ ਹੋਇਆ ਉਹ ਦੁਆਰੇ ਤੇ ਬੈਠਾ ਨਿਆਂ ਕਰ ਰਿਹਾ ਧਰਮ ਰਾਜਾ। ਭੈ ਵਿੱਚ ਸੂਰਜ ਭੈ ਵਿੱਚ ਚੰਦ, ਭੈ ਵਿੱਚ ਸੂਰਜ ਭੈ ਵਿੱਚ ਚੰਦ। ਵਾਹਿਗੁਰੂ ਦੇ ਭੈ ਵਿੱਚ ਹੀ ਮਹਾਰਾਜ ਕਹਿੰਦੇ ਸੂਰਜ ਵੈ ਤੇ ਵਾਹਿਗੁਰੂ ਦੇ ਭੈ ਵਿੱਚ ਹੀ ਇਹ ਚੰਦਰਮਾ ਹੈ। ਕੋਹ ਕਰੋੜੀ ਚਲਤ ਨਾ ਅੰਤ, ਮਹਾਰਾਜ ਕਹਿੰਦੇ ਇਹਨਾਂ ਦਾ ਜਿਹੜਾ ਨਾ ਪੰਧ ਪੈਂਡਾ ਉਹ ਕੋਹਾਂ, ਮਹਾਰਾਜ ਕਹਿੰਦੇ ਕਰੋੜਾਂ ਹੀ ਕੋਹਾਂ ਦਾ ਹੈ। ਵੇਖ ਲੋ ਸੂਰਜ ਤੇ ਚੰਦਰਮਾ ਨੂੰ ਸਤਿਗੁਰਾਂ ਨੇ ਹੁਣ ਚੱਲਦਾ ਕਿਹਾ ਹੈ। ਮਹਾਰਾਜ ਜੀ ਕਹਿੰਦੇ ਨੇ ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ, ਕਰੋੜਾਂ ਹੀ ਕੋਹ ਜਿਹੜੇ ਆ ਨਾ ਚਲਤ ਨਾ ਅੰਤ, ਅੰਤ ਨਹੀਂ ਆਉਂਦਾ, ਖਲੋ ਨਹੀਂ ਸਕਦੇ, ਲਗਾਤਾਰ ਦਿਨ ਰਬ ਚਲੈ ਨਿਸ ਸਸ ਚਲੈ ਤਾਰਕਾ ਲੱਖ ਪਲੋਏ। ਇਹ ਤਾਰੇ ਵੀ ਚੱਲ ਰਹੇ ਐ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਦਿਨ ਨੂੰ ਸੂਰਜ ਚੱਲਦਾ ਪ੍ਰਤੀਤ ਹੁੰਦਾ ਹੈ, ਪਰ ਇਹ ਨਹੀਂ ਕਿ ਉਹ ਰਾਤ ਨੂੰ ਖੜ ਜਾਂਦਾ ਹੈ, ਰਾਤ ਨੂੰ ਚੰਦਰਮਾ ਚੱਲਦਾ ਪ੍ਰਤੀਤ ਹੁੰਦਾ ਹੈ, ਦੂਸਰੇ ਪਾਸੇ ਹੋ ਜਾਂਦਾ ਨਾ, ਇਸ ਕਰਕੇ ਉਹ ਚੱਲ ਤਾਂ ਰਿਹਾ ਹੀ ਹੁੰਦਾ ਹੈ ਪਰ ਰਾਤ ਪ੍ਰਤੀਤ ਹੋਣ ਲੱਗ ਜਾਂਦੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭੈ ਵਿੱਚ ਹੀ ਲਗਾਤਾਰ ਇਹ ਚੱਲ ਰਹੇ ਹੈ ਤੇ ਕਰੋੜਾਂ ਹੀ ਕੋਹਾਂ ਦਾ ਪੰਧ ਜਿਹੜਾ ਹੈ ਉਹ ਤੈਅ ਕਰਦੇ, ਅੰਤ ਨਹੀਂ ਆਉਂਦਾ ਹੈ ਇਹਨਾਂ ਦੇ ਸਫ਼ਰ ਦਾ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਫਿਰ ਜਿਹੜੇ 84 ਸਿੱਧ ਮੰਨੇ ਹੋਏ ਐ ਇਹ ਵੀ ਵਾਹਿਗੁਰੂ ਦੇ ਭੈ ਵਿੱਚ ਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜੇ ਬੁੱਧ ਭਾਵ ਬੋਧਾ ਅਵਤਾਰ ਜੋ ਮਹਾਰਾਜ ਨੇ 24 ਅਵਤਾਰਾਂ ਚ ਕਥਨ ਕੀਤਾ ਹੈ ਉਹ ਵੀ ਵਾਹਿਗੁਰੂ ਦੇ ਭੈ ਵਿੱਚ ਹੈ। ਤੇ ਬੁੱਧ ਜਿਹੜੇ ਬੜੇ ਸਿਆਣਪਾਂ ਵਾਲੇ ਐ ਮਹਾਰਾਜ ਕਹਿੰਦੇ ਉਹ ਵੀ ਵਾਹਿਗੁਰੂ ਦੇ ਭੈ ਵਿੱਚ ਹਨ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਤੇ ਸੁਰ ਜਿਹੜੇ ਹਨ ਦੇਵਤੇ 33 ਕਰੋੜ ਅਜਾਨ ਸੰਗਿਆ ਵਾਲੇ ਇਹ ਵੀ ਵਾਹਿਗੁਰੂ ਦੇ ਭੈ ਵਿੱਚ ਹੀ ਹੈ। ਤੇ ਨਾਥ ਜਿਹੜੇ ਚੰਬਾਨਾਥ ਘੁੱਗੂਨਾਥ ਜਿਹੜੇ 9 ਨਾਥ ਮੰਨੇ ਆ, ਜਿਨ੍ਹਾਂ 9 ਨਾਥਾਂ ਦੇ ਨਾਮ ਤੋਂ ਇਹ ਨਾਂਦੇੜ ਸ਼ਹਿਰ ਹੈ, ਉਹ 9 ਨਾਥ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਭੈ ਵਿੱਚ ਹੈ। ਤੇ ਸੁਰਨਾਥ, ਸੁਰ ਦੇਵਤਿਆਂ ਦਾ ਨਾਥ ਕੌਣ ਹੈ? ਇੰਦਰ। ਮਹਾਰਾਜ ਕਹਿੰਦੇ ਉਹ ਵੀ ਵਾਹਿਗੁਰੂ ਦੇ ਭੈ ਵਿੱਚ ਹੀ ਹੈ। ਭੈ ਵਿੱਚ ਆਡਾਣੇ ਆਕਾਸ਼, ਜਿਹੜਾ ਆਡਾਣੇ ਅੱਡਿਆ ਹੋਇਆ ਇਹ ਆਕਾਸ਼ ਹੈ ਨਾ ਫੈਲਿਆ ਹੋਇਆ, ਇਹ ਵੀ ਵਾਹਿਗੁਰੂ ਦੇ ਭੈ 'ਚ ਹੀ ਖੜਾ ਵੈ। ਬਿਨ ਥੰਮਾ ਗਗਨ ਰਹਾਇਆ, ਬਿਨਾਂ ਹੀ ਕਿਸੇ ਥੰਮੇ ਤੋਂ ਵੇਖੋ ਸਾਨੂੰ ਚੰਦੋਏ ਦੀਆਂ ਵੀ ਤਣੀਆਂ ਬੰਨਣੀਆਂ ਪੈਂਦੀਆਂ ਨੇ। ਤੇ ਕੈਸਾ ਇਹ ਆਕਾਸ਼ ਦਾ ਚੰਦੋਆ ਪਰਮੇਸ਼ਰ ਨੇ ਤਾੜਿਆ ਹੋਇਆ, ਬਿਨਾਂ ਹੀ ਤਣੀਆਂ ਤੋਂ ਥੰਮ ਛੱਡਿਆ ਹੈ, ਕੋਈ ਥੱਲੇ ਇਹਦੇ ਆਸਰਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਭੈ ਵਿੱਚ ਹੀ ਇਹ ਜਿਹੜਾ ਆਕਾਸ਼ ਹੈ ਫੈਲਿਆ ਹੋਇਆ, ਆਡਾਣੇ ਅੱਡਿਆ ਹੋਇਆ ਪਰਮੇਸ਼ਰ ਦੇ ਭੈ ਵਿੱਚ ਹੈ। ਫਿਰ ਇਹ ਆਡਾਣੇ ਆਸਰੇ ਦੇ ਉੱਤੇ, ਕਿਹੜੇ ਆਸਰੇ ਤੇ? ਪਰਮੇਸ਼ਰ ਦੇ ਆਸਰੇ ਦੇ ਉੱਤੇ ਹੀ ਫੈਲਿਆ ਖੜਾ ਹੈ ਇਹ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੱਡੇ ਵੱਡੇ ਜਿਹੜੇ ਯੋਧੇ ਐ, ਮਹਾਬਲੀ ਐ, ਸੂਰਮੇ ਐ, ਪਰਮੇਸ਼ਰ ਦੇ ਭੈ ਵਿੱਚ ਐ। ਸਾਧ ਸੰਗਤ ਜੀ ਜਿਹੜਾ 1000 ਨਾਲ ਯੁੱਧ ਕਰੇ ਉਹਨੂੰ ਯੋਧਾ ਕਹਿੰਦੇ ਐ, ਤੇ ਪਿੱਛੋਂ ਮਦਦ ਦੀ ਆਸ ਰੱਖੇ ਉਹਨੂੰ ਯੋਧਾ ਕਹਿੰਦੇ ਐ। ਤੇ ਜਿਹੜਾ ਮਹਾਬਲੀ ਹੁੰਦਾ ਉਹ 10,000 ਨਾਲ ਯੁੱਧ ਕਰ ਜਾਂਦਾ, ਭਿੜ ਜਾਂਦਾ 10,000 ਨਾਲ, ਪਰ ਉਹ ਪਿੱਛੋਂ ਆਸ ਉਹ ਵੀ ਰੱਖਦਾ ਕਿ ਮੈਨੂੰ ਮਦਦ ਆਵੇ ਪਿੱਛੋਂ। ਪਰ ਜਿਹੜੇ ਸੂਰਮੇ ਹੁੰਦੇ ਆ ਨਾ ਫਿਰ ਆਤਰਥੀ ਹੁੰਦੇ ਆ, ਉਹ ਗਿਣਤੀ ਨਹੀਂ ਕਰਦੇ ਫਿਰ ਵੀ ਸਾਡੇ ਨਾਲ ਲੜਨ ਵਾਲੇ ਦੁਸ਼ਮਣ ਕਿੰਨੇ ਕੁ ਹੈ, ਤੇ ਉਹ ਪਿੱਛੋਂ ਆਸ ਵੀ ਨਹੀਂ ਰੱਖਦੇ ਕੋਈ ਮੇਰੀ ਮਦਦ ਆਵੇਗੀ ਕਿ ਨਹੀਂ ਆਵੇਗੀ। ਉਹ ਅਣਗਿਣਤ ਸੂਰਮਿਆਂ ਦੇ ਅੰਦਰ ਲੜਦੇ ਹੋਏ ਆਤਰਥੀ ਉਹ ਸੂਰਮੇ ਹੁੰਦੇ ਜਿਹੜੇ ਲੜ ਕੇ ਵਿਜੇ ਪ੍ਰਾਪਤ ਕਰਦੇ ਆ, ਜਿੱਤ ਪ੍ਰਾਪਤ ਕਰਦੇ ਆ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਭੈ ਵਿੱਚ ਹਨ ਇਸੇ ਪ੍ਰਕਾਰ ਹੀ। ਭੈ ਵਿੱਚ ਜੋਧ ਮਹਾਬਲ ਸੂਰ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਯੋਧੇ ਕੌਣ ਹਨ? ਨਾਮ ਦਾ ਸਰਵਣ ਕਰਨ ਵਾਲੇ। ਮਹਾਬਲੀ ਕੌਣ ਹਨ? ਨਾਮ ਦਾ ਮੰਨਣ ਕਰਨ ਵਾਲੇ। ਤੇ ਸੂਰਮੇ ਕੌਣ ਹਨ? ਨਿਧਿਆਸਣ ਕਮਾਈ ਕਰਨ ਵਾਲੇ। ਵਾਹਿਗੁਰੂ ਦੇ ਭੈ ਵਿੱਚ ਹਨ। ਮਹਾਰਾਜ ਕਹਿੰਦੇ ਇਹ ਸਾਰੇ ਹੀ ਇਸੇ ਪ੍ਰਕਾਰ। ਭੈ ਵਿੱਚ ਜੋਧ ਮਹਾਬਲ ਸੂਰ, ਜਿਹੜੇ ਸਾਧ ਸੰਗਤ ਜੀ ਯੋਧੇ ਆ ਸਰੀਰ ਦੇ ਉੱਤੇ ਜਿੱਤ ਪਾਉਣ ਵਾਲੇ,
ਤੇ ਮਹਾਬਲੀ ਹਨ ਇੰਦਰੀਆਂ ਦੇ ਉੱਤੇ ਜਿੱਤ ਪਾਉਣ ਵਾਲੇ। ਸੂਰਮੇ ਉਹ ਹਨ ਜਿਹੜੇ ਮਨ ਦੇ ਉੱਤੇ ਜਿੱਤ ਪਾ ਲੈਂਦੇ ਐ। ਸਤਿਗੁਰੂ ਜੀ ਕਹਿੰਦੇ ਭਈ ਵਾਹਿਗੁਰੂ ਦੇ ਭੈ ਵਿੱਚ ਹਨ ਇਹ ਸਾਰੇ ਹੀ। ਭੈ ਵਿੱਚ ਆਵਹਿ ਜਾਵਹਿ ਪੂਰ। ਵਾਹਿਗੁਰੂ ਦੇ ਭੈ ਵਿੱਚ ਹੀ ਮਹਾਰਾਜ ਕਹਿੰਦੇ ਪੂਰਾਂ ਦੇ ਪੂਰ ਜਨਮ ਲੈ ਕੇ ਇਸ ਧਰਤੀ ਤੇ ਆ ਵੀ ਰਹੇ ਆ ਜੀਵ, ਤੇ ਪੂਰਾਂ ਦੇ ਪੂਰ ਜਾ ਵੀ ਰਹੇ ਐ। ਜਿਹੜੇ ਸਾਧ ਸੰਗਤ ਜੀ ਧਰਤੀ ਤੇ ਤੁਰਨ ਵਾਲੇ ਇਕੱਠੇ ਹੋ ਕਰਕੇ ਲੋਕ ਜਿਵੇਂ ਪਹਿਲਾਂ ਇਕੱਠੇ ਹੋ ਕੇ ਤੁਰਦੇ ਊਂਠਾਂ ਦੇ ਜਾਂ ਹੋਰ ਸਵਾਰੀਆਂ ਤੇ, ਉਹਨਾਂ ਨੂੰ ਕਾਫਲੇ ਕਹਿੰਦੇ ਆ। ਤੇ ਜਿਹੜੇ ਦਰਿਆਵਾਂ ਤੇ ਬੇੜੀਆਂ ਦੇ ਰਾਹੀਂ ਪਾਰ ਹੁੰਦੇ ਉਹਨਾਂ ਨੂੰ ਪੂਰ ਕਹਿੰਦੇ ਆ। ਕਿੰਨੇ ਕਿੰਨੇ ਜਾਣੇ ਵੱਡੇ ਜਹਾਜ਼ਾਂ ਤੇ ਸਵਾਰ ਹੋ ਕਰਕੇ ਪਾਰਲੇ ਕੰਢੇ ਲੱਗਦੇ ਆ, ਉਹਨਾਂ ਨੂੰ ਪੂਰ ਕਿਹਾ ਜਾਂਦਾ ਹੈ, ਕਿਉਂਕਿ ਇਹ ਸੰਸਾਰ ਸਮੁੰਦਰ ਦੀ ਨਿਆਈ ਹੈ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਭੈ ਵਿੱਚ ਹੀ ਇਹ ਜੀਆਂ ਦੇ ਪੂਰਾਂ ਦੇ ਪੂਰੀ ਜਨਮ ਲੈ ਲੈ ਕੇ ਆ ਰਹੇ ਐ, ਤੇ ਇਥੋਂ ਮਰ ਮਰ ਕੇ ਜਾ ਰਹੇ ਐ। ਕੋਈ ਗਿਣਤੀ ਨਹੀਂ ਆ ਰਹੀ। ਕੌਣ ਜਾਣਦਾ ਕਿ ਕਿੰਨੀਆਂ ਕੀੜੀਆਂ ਤੇ ਕਿੰਨੇ ਮੱਛਰ ਰੋਜ਼ ਮਰ ਜਾਂਦੇ ਐ। ਸਾਧ ਸੰਗਤ ਜੀ ਇੱਥੇ ਤਾਂ ਮਨੁੱਖ ਕੋਲੋਂ ਜੀਆਂ ਦੀ ਗਿਣਤੀ ਨਹੀਂ ਹੁੰਦੀ, ਤੇ ਜੂਨਾਂ ਦੀ ਗਿਣਤੀ ਕੀ ਕਰਨੀ ਹੈ ਕਿਸੇ ਨੇ, ਵੀ ਕਿੰਨੇ ਕ ਮਰਦੇ ਆ ਤੇ ਕਿੰਨੇ ਕ ਜੰਮਦੇ ਆ। ਸਤਿਗੁਰੂ ਜੀ ਕਹਿੰਦੇ ਨੇ ਸ਼ੇਖ ਬ੍ਰਹਮ ਵਾਹਿਗੁਰੂ ਦੇ ਭੈ ਵਿੱਚ ਹੀ ਇਹ ਪੂਰਾਂ ਦੇ ਪੂਰ ਜਨਮ ਲੈ ਕੇ ਆਉਂਦੇ ਆ, ਤੇ ਪੂਰਾਂ ਦੇ ਪੂਰ ਹੀ ਮਰ ਮਰ ਕੇ ਜਾ ਰਹੇ ਆ। ਸਗਲਿਆ ਭਾਉ ਲਿਖਿਆ ਸਿਰ ਲੇਖ। ਸਗਲਿਆਂ ਸਾਰਿਆਂ ਦੇ ਸਿਰ ਦੇ ਉੱਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਲਿਖਿਆ ਹੋਇਆ ਨਾ ਲੇਖ, ਉਹ ਭਾਉ ਦਾ ਡਰ ਦਾ ਲੇਖ ਲਿਖਿਆ ਹੋਇਆ। ਸਾਰੇ ਪਰਮੇਸ਼ਰ ਦੇ ਭੈ ਵਿੱਚ ਚੱਲ ਰਹੇ ਆ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜਿਹੜਾ ਮਾਇਕੀ ਆਕਾਰਾਂ ਤੋਂ ਰਹਿਤ ਹੈ ਨਾ ਪਰਮੇਸ਼ਰ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ੇਖ ਬ੍ਰਹਮ ਨਿਰਭਉ ਕੇਵਲ ਉਹ ਆਪ ਹੀ ਹੈ, ਇੱਕੋ ਇੱਕ, ਹੋਰ ਕੋਈ ਨਿਰਭਉ ਨਹੀਂ ਹੈ, ਸਭ ਭੈ ਵਿੱਚ ਹੀ ਹੈ। ਜਿਹੜਾ ਸਾਧ ਸੰਗਤ ਜੀ ਦਇਆਨੰਦ ਸਰਸਵਤੀ ਨਹੀਂ ਹੋਇਆ, ਉਹਨ ਸ਼ੰਕਾ ਕੀਤੀ ਸੀ ਮੂਲ ਮੰਤਰ ਵਿੱਚ ਜਿਹੜਾ ਵਾਕ ਵਰਤਿਆ ਨਾ ਸਤਿਗੁਰੂ ਨੇ ਨਿਰਭਉ, ਉਹੋ ਹੀ ਸ਼ਬਦ ਮਹਾਰਾਜ ਨਿਰਭਉ ਇੱਥੇ ਵਰਤ ਰਹੇ ਐ। ਉਹਨ ਮੂਲ ਮੰਤਰ ਤੇ ਸ਼ੰਕਾ ਕੀਤੀ ਸੀ ਕਿ ਗੁਰੂ ਸਾਹਿਬ ਨੇ ਨਿਰਭੈ ਕਿਉਂ ਨਹੀਂ ਕਿਹਾ, ਨਿਰਭੈ ਕਹਿਣਾ ਇੱਥੇ ਬਣਦਾ ਸੀਗਾ। ਤੇ ਫਿਰ ਸਾਧ ਸੰਗਤ ਜੀ ਗਿਆਨੀ ਦਿੱਤ ਸਿੰਘ ਜੀ ਬੜੇ ਵਿਦਵਾਨ ਹੋਏ, ਉਹਨਾਂ ਦੀ ਇੱਕ ਪੁਸਤਕ ਵੀ ਛਪੀ ਹੈ ਦਇਆਨੰਦ ਸਰਸਵਤੀ ਨਾਲ ਚਰਚਾ ਦੀ। ਉਹ ਕਹਿਣ ਲੱਗੇ ਵੀ ਪੰਡਤਾ ਤੂੰ ਕਦੇ ਆਸਾ ਦੀ ਵਾਰ ਸੁਣੀ ਹੈ ਜਾਂ ਨਹੀਂ ਸੁਣੀ ਹੈ? ਕਹਿਣ ਲੱਗਾ ਨਹੀਂ ਸੁਣੀ ਹੈ। ਕਹਿਣ ਲੱਗੇ ਜਿੱਥੇ ਦਲਾਵਾਂ ਹੈ ਨਾ ਇਹ ਬਹੁ ਵਚਨ ਹੈ, ਵੀ ਭੈ ਵਿੱਚ ਹੈ ਸਾਰੇ, ਤੇ ਜਦੋਂ ਨਿਰਭਉ ਕਿਹਾ ਇਹ ਇੱਕ ਵਚਨ ਹੈ, ਕਿਉਂਕਿ ਇੱਕੋ ਇੱਕ ਪਰਮੇਸ਼ਰ ਹੀ ਭੈ ਤੋਂ ਰਹਿਤ ਹੈ, ਬਾਕੀ ਸਾਰੇ ਹੀ ਭੈ ਵਿੱਚ ਹੈ। ਸੁਣ ਕੇ ਸ਼ਰਮਿੰਦਾ ਹੋਇਆ ਸੀ, ਉੱਤਰ ਨਹੀਂ ਸੀ ਆਇਆ। ਇਉਂ ਸਾਧ ਸੰਗਤ ਜੀ ਮਹਾਰਾਜ ਜੀ ਫਰਮਾਉਂਦੇ ਆ ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇੱਕੋ ਇੱਕ ਉਹ ਸੱਚ ਸਰੂਪ ਹੈ ਜੋ ਸਦਾ ਰਹਿਣ ਵਾਲਾ, ਤੇ ਨਿਰੰਕਾਰ ਭਾਵ ਮਾਇਕੀ ਆਕਾਰਾਂ ਤੋਂ ਰਹਿਤ ਹੈ ਪਰਮੇਸ਼ਰ। ਇੱਕੋ ਇੱਕ ਕੇਵਲ ਉਹੋ ਹੀ ਨਿਰਭਉ ਹੈ, ਬਾਕੀ ਮਹਾਰਾਜ ਕਹਿੰਦੇ ਸਾਰਿਆਂ ਦੇ ਮੱਥੇ ਦੇ ਉੱਤੇ ਭੈ ਦਾ ਹੀ ਲੇਖ ਪਿਆ ਹੋਇਆ ਹੈ। ਪਰਮੇਸ਼ਰ ਦੇ ਭੈ ਵਿੱਚ ਹੀ ਸਾਰੇ ਤਤ ਆਦਿਕ ਜੜ ਵੀ ਚੀਜ਼ਾਂ ਉਹਦੇ ਭੈ 'ਚ ਹੀ ਹੈ, ਤੇ ਮਹਾਰਾਜ ਕਹਿੰਦੇ ਚੇਤਨ ਵੀ ਉਹਦੇ ਭੈ 'ਚ ਹੀ ਹਨ। ਇਉਂ ਸਾਧ ਸੰਗਤ ਜੀ ਲਾਹੌਰ ਦੇ ਵਿੱਚ ਪੰਡਤ ਜੀ ਨੇ 12 ਦਿਨ ਕਥਾ ਕੀਤੀ, ਤੇ ਕਥਾ ਕਰਕੇ ਉਹਨਾਂ ਨਿਚੋੜ ਦੱਸਿਆ ਵੀ ਪਰਮੇਸ਼ਰ ਦੇ ਭੈ ਵਿੱਚ ਚੱਲ ਰਿਹਾ ਸਭ ਕੁਝ। ਤੇ ਇੱਕ ਸਿੱਖ ਬੈਠਾ 12 ਦਿਨ ਹੀ ਕਥਾ ਸੁਣਦਾ ਰਿਹਾ, ਕਹਿੰਦਾ ਪੰਡਤ ਜੀ 12 ਦਿਨਾਂ ਬਾਅਦ ਆਹੀ ਗੱਲ ਦੱਸਣੀ ਸੀ, ਇਹ ਤਾਂ ਸਾਡੇ ਗੁਰੂ ਬਾਬਾ ਜੀ ਨੇ ਇੱਕ ਸ਼ਲੋਕ 'ਚ ਹੀ ਦੱਸੀ ਹੋਈ ਹੈ, ਰੋਜ਼ ਅਸੀਂ ਨਿਤਨੇਮ ਕਰਦੇ ਹਾਂ। ਉਹ ਕਹਿੰਦਾ ਸਿੱਖ ਬੜੇ ਭਈ ਬੇਲਿਹਾਜ਼ ਹੈ, ਝਾਟੀ ਮੂੰਹ ਤੇ ਕਹਿ ਦਿੰਦੇ। ਸਤਿਗੁਰਾਂ ਨੇ ਸਾਧ ਸੰਗਤ ਜੀ ਬਾਣੀ ਦੇ ਅੰਦਰ ਇਹੋ ਜਿਹਾ ਗਿਆਨ ਭਰਿਆ ਹੈ ਜਿਹੜਾ ਕੋਈ ਹੋਰ ਨਾ ਪੁਸਤਕਾਂ ਦੇ ਅੰਦਰ ਮਹੀਨਾ ਮਹੀਨਾ ਆਪਣੀ ਜ਼ਿੰਦਗੀ ਲਾ ਕੇ ਭਾਵੇਂ ਸੁਣੇ, ਤੇ ਸਾਧ ਸੰਗਤ ਜੀ ਮਹਾਰਾਜ ਦੀ ਇੱਕ ਪੰਕਤੀ 'ਚ ਹੀ ਇੱਕ ਗ੍ਰੰਥ ਨੂੰ ਸੰਪੂਰਨ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਵਿਦਾਂਤ ਹੈ ਨਾ ਉਹ ਇੱਕ ਇੱਕ ਪੰਕਤੀ 'ਚ ਹੀ ਸਾਰਾ ਕਥਨ ਕਰ ਦਿੱਤਾ। ਸਤਿਗੁਰੂ ਐਡਾ ਗਿਆਨ ਭਰਿਆ ਗਰੀਬ ਨਵਾਜ ਨੇ ਬਾਣੀ ਦੇ ਅੰਦਰ। ਇਹ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਜੋ ਨਿਤਨੇਮ ਕਰਦੇ ਆ ਨਾ, ਉਹ ਸਾਧ ਸੰਗਤ ਜੀ ਸਿੱਖ ਦੇ ਅੰਦਰ ਵੇਖੋ ਐਡਾ ਭਾਵ ਆ ਜਾਂਦਾ ਹੈ। ਉਹ ਸਾਰੇ ਕਾਸੇ ਵਿੱਚ ਬ੍ਰਹਮ ਦਾ ਪਸਾਰਾ ਹੀ ਵੇਖਦਾ, ਜੋ ਕੁਝ ਵੇਖਦਾ ਬ੍ਰਹਮ ਰੂਪ ਵੇਖਦਾ ਹੈ, ਤੇ ਫਿਰ ਕਰਮਵੀਰ ਹੁੰਦਾ ਹੈ।
ਜੋ ਕੁਝ ਦੇਖ ਰਿਹਾ ਹੈ, ਜੋ ਕੁਝ ਹਰਕਤ ਵਿੱਚ ਹੋ ਰਿਹਾ ਹੈ, ਸਭ ਕੁਝ ਰਜਾ ਵਿੱਚ ਮੰਨਦਾ ਹੈ, ਹੁਕਮ ਵਿੱਚ ਮੰਨਦਾ ਹੈ, ਭਾਣੇ ਵਿੱਚ ਮੰਨਦਾ ਹੈ, ਸਮਝ ਰਿਹਾ ਕਿ ਭੈ ਵਿੱਚ ਸਭ ਕੁਝ ਚੱਲ ਰਿਹਾ ਹੈ, ਫਿਰ ਵੀ ਸ਼ੁਭ ਕਰਮ ਕਰ ਰਿਹਾ ਹੈ, ਕਿਉਂਕਿ ਉਹ ਜਾਣਦਾ ਕਿ ਮੇਰੇ ਸਤਿਗੁਰੂ ਦੀ ਆਗਿਆ ਹੈ ਕਿ ਮਹਾਰਾਜ ਨੇ ਕਿਹਾ ਦੇ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਇਹ ਸਤਿਗੁਰੂ ਜੀ ਦੀ ਆਗਿਆ ਵਿੱਚ ਸ਼ੁਭ ਕਰਮ ਕਰਨ ਵਾਸਤੇ ਕਰਮਵੀਰ ਰਹਿੰਦਾ ਹੈ। ਤੇ ਇਹੀ ਮਨ ਦੇ ਅੰਦਰ ਭਾਵ ਹੁੰਦਾ ਹੈ ਕਿ ਜੇ ਮੈਨੂੰ ਸਤਬੁੱਧੀ ਆ ਰਹੀ ਹੈ, ਇਹ ਵੀ ਮਹਾਰਾਜ ਤੇਰੇ ਭੈ 'ਚ ਹੀ ਆ ਰਹੀ ਹੈ। ਤੁਸੀਂ ਮੇਰਾ ਭਲਾ ਕਰਨਾ ਚਾਹੁੰਦੇ ਹੋ, ਮਹਾਰਾਜ ਮੈਨੂੰ ਭੈ ਪੈ ਰਿਹਾ ਆਪ ਜੀ ਦਾ। ਜਿਹਨੂੰ ਨਿਰੰਕਾਰ ਦਾ ਭੈ ਪੈ ਰਿਹਾ ਹੋਵੇ ਸਾਧ ਸੰਗਤ ਜੀ, ਉਹਦੇ ਹੋਰ ਸਾਰੇ ਫਿਰ ਡਰ ਨਾਸ਼ ਹੋ ਜਾਂਦੇ ਆ। ਪਰਮੇਸ਼ਰ ਦੇ ਭੈ ਵਿੱਚ ਆਇਆ ਹੀ, ਮਹਾਰਾਜ ਦੀ ਰਜਾ ਵਿੱਚ ਆਇਆ ਹੀ ਸਭ ਦੁੱਖ ਨਾਸ਼ ਹੋ ਜਾਂਦੇ ਆ। ਸੱਚੇ ਪਾਤਸ਼ਾਹ ਕਹਿੰਦੇ ਭਾਈ ਤੂੰ ਭੈ ਨੂੰ ਜਿੰਨਾ ਚਿਰ ਮੰਨਦਾ ਨਹੀਂ ਨਾ, ਪਰ ਹੈ ਤੂੰ ਡਰ ਦੇ ਵਿੱਚ ਹੀ ਹੈ, ਕਿਉਂਕਿ ਤੂੰ ਪਰਮੇਸ਼ਰ ਦਾ ਭੈ ਨਹੀਂ ਕਰ ਰਿਹਾ, ਤੇਰੀ ਅਗਿਆਨਤਾ ਹੈ। ਪਰ ਜਰਾ ਕੁ ਝਾਤੀ ਮਾਰ ਕੇ ਵੇਖ, ਮੌਤ ਸਾਹਮਣੇ ਆਉਂਦੀ ਤੇ ਲੱਤਾਂ ਤੇਰੀਆਂ ਕੰਬ ਜਾਂਦੀਆਂ ਨੇ। ਮੌਤ ਦਾ ਤੂੰ ਡਰ ਮੰਨ ਰਿਹਾ ਹੈ, ਮਾਇਆ ਦੇ ਨਾਸ਼ ਹੋਣ ਦਾ ਡਰ ਮੰਨ ਰਿਹਾ ਹੈ, ਪਰ ਪਰਮੇਸ਼ਰ ਦਾ ਤੂੰ ਡਰ ਹੀ ਨਹੀਂ ਮੰਨ ਰਿਹਾ ਹੈ। ਇਹ ਤੇਰੀ ਅਗਿਆਨਤਾ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਇੱਕੋ ਇੱਕ ਜਿਹੜਾ ਪਰਮੇਸ਼ਰ ਹੈ ਨਾ, ਜੋ ਸੱਚ ਸਰੂਪ ਸ਼ੇਖ ਬ੍ਰਹਮ, ਜਿਹੜਾ ਮਾਇਕੀ ਆਕਾਰਾਂ ਤੋਂ ਰਹਿਤ ਹੈ, ਜਿਹੜਾ ਸਦਾ ਰਹਿਣ ਵਾਲਾ ਹੈ, ਨਿਰਭਉ ਕੇਵਲ ਤੇ ਕੇਵਲ ਉਹ ਆਪ ਹੈ ਵਾਹਿਗੁਰੂ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਨਾਨਕ ਨਿਰਭਉ ਨਿਰੰਕਾਰ। ਸਤਿਗੁਰੂ ਗਰੀਬ ਨਿਵਾਜ ਜੀ ਨੂੰ ਪੁੱਛਿਆ ਸ਼ੇਖ ਬ੍ਰਹਮ ਨੇ, ਮਹਾਰਾਜ ਅਵਤਾਰ ਤਾਂ ਨਿਰਭਉ ਹੋਏ ਹੋਣੇ ਜਿਹੜੇ ਪਹਿਲਾਂ ਹੋਏ ਆ। ਮਹਾਰਾਜ ਜੀ ਕਹਿੰਦੇ ਆ ਸੁਣ ਕਰਕੇ ਫਿਰ, ਨਾਨਕ ਨਿਰਭਉ ਨਿਰੰਕਾਰ। ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਜਿਹੜਾ ਮਾਇਕੀ ਆਕਾਰਾਂ ਤੋਂ ਰਹਿਤ ਹੈ ਨਾ ਪਰਮੇਸ਼ਰ, ਨਿਰਭਉ ਤਾਂ ਕੇਵਲ ਉਹ ਆਪ ਹੈ ਵਾਹਿਗੁਰੂ। ਨਿਰੰਕਾਰ ਨਿਰੰਕਾਰ ਜੋ ਆਕਾਰਾਂ ਤੋਂ ਰਹਿਤ ਹੈ। ਹੋਰ ਕੀਤੇ RAM ਰਵਾਲ। ਹੋਰ ਕੀਤੇ RAM ਰਵਾਲ। ਮਹਾਰਾਜ ਕਹਿੰਦੇ ਭਾਈ ਉਹਦੇ ਸਰੂਪ ਵਿੱਚ ਤਾਂ ਕਿੰਨੇ ਹੀ ਜਿਹੜੇ ਰਾਮ ਹਨ ਰਵਾਲ ਧੂੜ ਦੇ ਕਿਣਕਿਆਂ ਦੀ ਤਰ੍ਹਾਂ ਹੋਏ ਆ। ਮਹਾਰਾਜ ਨੇ ਕਿਹਾ ਨਾ, ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੇਤੇ ਰਵ ਸਸ ਕਰੋੜ ਜਲੇਸ਼। ਕਰੋੜਾਂ ਹੀ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜਿਤੇ RAM ਹੁਏ ਤਿਤੇ ਅੰਤ ਮੂਏ। ਜਿੰਨੇ ਵੀ ਹੋਏ ਸਾਰੇ, ਜਿਤੇ ਕ੍ਰਿਸ਼ਨ ਹਵਾ ਹੈ ਸਭੈ ਅੰਤ ਜਾ ਹੈ। ਸਭ ਚਲੇ ਜਾਣਗੇ, ਕੋਈ ਨਹੀਂ ਰਹੇਗਾ। ਬੜੇ ਹੋ ਕੇ ਚਲੇ ਗਏ, ਭੈ 'ਚ ਹੀ ਹੈ ਸਾਰੇ। ਮਹਾਰਾਜ ਕਹਿੰਦੇ ਨਿਰਭਉ ਤਾਂ ਇੱਕੋ ਇੱਕ ਨਿਰੰਕਾਰ ਹੈ। ਹਜੂਰ ਕਹਿੰਦੇ ਹਨ ਹੋਰ ਕੀਤੇ RAM ਰਵਾਲ। ਹੋਰ ਕਿੰਨੇ ਹੀ ਜਿਹੜੇ ਰਾਮਚੰਦਰ ਅਵਤਾਰ ਹੋਏ ਆ, ਰਵਾਲ ਧੂੜ ਦੇ ਕਿਣਕਿਆਂ ਦੀ ਤਰ੍ਹਾਂ ਹੀ ਹੋਏ ਆ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਪਰਮੇਸ਼ਰ ਦੇ ਤਾਂ ਉਹ ਸਰੂਪ ਦੇ ਅੰਦਰ ਕਰੋੜਾਂ ਹੀ ਆ ਇਹ ਜੇ ਅਵਤਾਰ। ਗਰੀਬ ਨਵਾਜ ਕਹਿੰਦੇ ਭਾਈ ਕੋਈ ਵੀ ਹੋਰ ਭੈ ਤੋਂ ਰਹਿਤ ਨਹੀਂ ਹੋਇਆ ਹੈ। ਕੀਤੀਆਂ ਕੰਨ ਕਹਾਣੀਆਂ। ਫਿਰ ਮਹਾਰਾਜ ਕਹਿੰਦੇ ਭਾਈ ਜਿਹੜੇ ਕ੍ਰਿਸ਼ਨ ਅਵਤਾਰ ਹੋਏ ਆ ਕਿੰਨੇ ਹੀ ਕਾਨ, ਤੇ ਕੀਤੀਆਂ ਕੰਨ ਕਹਾਣੀਆਂ। ਕਿੰਨੀਆਂ ਹੀ ਉਹ ਕ੍ਰਿਸ਼ਨ ਦੀਆਂ ਕਹਾਣੀਆਂ ਨੇ, ਗੋਪੀਆਂ ਆਦਿਕ ਨਾਲ ਖੇਡਣ ਦੀਆਂ, ਕੰਸ ਨੂੰ ਮਾਰਨ ਦੀਆਂ, ਮਹਾਭਾਰਤ ਆਦਿਕ ਦੇ ਯੁੱਧ ਦੀਆਂ। ਕੀਤੇ ਵੇਦ ਵਿਚਾਰ। ਤੇ ਕਿੰਨੇ ਹੀ ਮਹਾਰਾਜ ਕਹਿੰਦੇ ਭਾਈ ਇਹੋ ਜਿਹੇ ਵਿਆਸ ਵਰਗੇ ਜਿਹੜੇ ਵੇਦਾਂ ਦੀ ਵਿਚਾਰ ਕਰਦੇ ਆ। ਕਿੰਨੇ ਹੀ ਬ੍ਰਹਮੇ ਆ ਜਿਨ੍ਹਾਂ ਨੇ ਵੇਦ ਬਣਾਏ ਹੋਏ ਆ। ਇਹ ਮਹਾਰਾਜ ਕਹਿੰਦੇ ਗਿਣਤੀ ਨਹੀਂ ਆਉਂਦੀ ਹੈ। ਕੀਤੇ ਨੱਚਹਿ ਮੰਗਤੇ। ਤੇ ਕਿੰਨੇ ਜਿਹੜੇ ਰਾਸ ਧਾਰੀਏ ਆ ਨਾ, ਉਹ ਨਾਚ ਕਰ ਕਰਕੇ ਰਾਸਾਂ ਪਾਉਂਦੇ ਆ ਤੇ ਮੰਗਦੇ ਹਨ। ਫਿਰ ਅੱਗੇ ਉਹ ਠੂਠਾ ਜਿਹਾ ਕਰਕੇ ਗਰਾਹੀ ਕਰਨ ਲੱਗ ਜਾਂਦੇ ਆ। ਪਹਿਲੋਂ ਨਾਚ ਪਾਉਂਦੇ, ਰਾਸ ਦਿਖਾਉਂਦੇ ਹਨ। ਗਿੜ ਮੁੜ ਪੂਰਾ ਹੈ ਤਾਲ। ਗਿੜ ਦਾ ਅਰਥ ਹੁੰਦਾ ਫੇਰੀਆਂ ਲੈਣੀਆਂ, ਮੁੜ ਦਾ ਅਰਥ ਹੁੰਦਾ ਘੁੰਮਣਾ। ਤੇ ਘੁੰਮ ਕੇ ਫੇਰੀਆਂ ਲੈ ਕਰਕੇ ਉਹ ਤਾਲ ਪੂਰਦੇ ਆ। ਪੈਰਾਂ 'ਚ ਘੁੰਗਰੂ ਬੰਨੇ ਹੁੰਦੇ ਆ ਤੇ ਉਹ ਰਾਸ ਧਾਰੀਏ, ਕਿਸੇ ਨੇ ਰਾਧਿਕਾ ਦਾ ਰੂਪ ਬਣਾਇਆ ਹੁੰਦਾ, ਕਿਸੇ ਨੇ ਕ੍ਰਿਸ਼ਨ ਦਾ ਰੂਪ ਬਣਾਇਆ ਹੁੰਦਾ ਹੈ। ਤੇ ਉਹ ਸਾਰੇ ਜਿਹੜੇ ਆ ਨਾ ਰੂਪ ਬਣਾ ਕਰਕੇ ਕੀਤੇ ਨੱਚਹਿ ਮੰਗਤੇ, ਉਹ ਨਾਚ ਕਰਦੇ ਆ ਤੇ ਮੰਗਤੇ ਬਣ ਕੇ ਫਿਰ ਮੰਗਦੇ ਆ। ਗਿੜ ਮੁੜ ਪੂਰੇ ਤਾਲ, ਫੇਰੀਆਂ ਲੈ ਕਰਕੇ ਮੁੜ ਬਾਰ ਤਾਲ ਪੂਰਦੇ ਆ। ਬਾਜ਼ਾਰੀ ਬਾਜ਼ਾਰ ਮਹਿ। ਫਿਰ ਮਹਾਰਾਜ ਕਹਿੰਦੇ ਬਾਜ਼ਾਰੀ ਜਿਹੜੇ ਰਾਸ ਧਾਰੀਏ ਹਨ,
ਬਾਜ਼ਾਰ ਲਾ ਲੈਂਦੇ ਆ ਕਰਕੇ ਉਹ ਜਦੋਂ ਰਾਸ ਪਾਉਣ ਲੱਗਦੇ ਆ ਵੇਖਣ ਵਾਲੇ ਲੋਕ ਆਲੇ ਦੁਆਲੇ ਇਕੱਠੇ ਹੋ ਜਾਂਦੇ, ਜਿਵੇਂ ਉਹ ਰਾਮ ਲੀਲਾ ਆਦਿਕ ਨਹੀਂ ਲਾਉਂਦੇ ਹੁੰਦੇ ਤੇ ਵੇਖਣ ਨੂੰ ਲੋਕ ਆ ਜਾਂਦੇ ਇਕੱਠੇ ਹੋ ਕਰਕੇ। ਉਹ ਸਾਲ ਬਾਅਦ ਫਿਰ ਉਹ ਕਹਾਣੀ ਨੂੰ ਜਿਹੜਾ ਦੁਹਰਾਉਂਦੇ ਆ। ਇਸ ਤਰ੍ਹਾਂ ਰਾਸ ਧਾਰੀਏ ਜਿਹੜੇ ਆ ਨਾ, ਕੁਝ ਗੋਪੀਆਂ ਬਣ ਜਾਂਦੀਆਂ, ਕੋਈ ਰਾਧਿਕਾ ਬਣ ਜਾਂਦਾ ਹੈ। ਇਸ ਤਰ੍ਹਾਂ ਵਿੱਚ ਫਿਰ ਇੱਕ ਕਾਹਨ ਬਣਾ ਲੈਂਦੇ ਆ। ਇਸ ਤਰ੍ਹਾਂ ਉਹ ਰਾਸਾਂ ਪਾਉਂਦੇ ਆ। ਉਹ ਸਾਧ ਸੰਗਤ ਜੀ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਬਚਨ ਹੈ, ਮੋਗੇ ਵਾਲ ਦਾ ਬਚਨ ਹੈ। ਕਹਿੰਦੇ ਕਿ ਸਿੱਖਾਂ ਵੀ ਵੇਖ ਕਰਕੇ ਖਿਆਲ ਕੀਤਾ ਵੀ ਇਹ ਸਾਲ ਬਾਅਦ ਰਾਮਲੀਲਾ ਕਰਦੇ ਆ ਤੇ ਆਪਾਂ ਵੀ ਜਦੋਂ ਇਹ ਸ਼ਹੀਦੀ ਦਿਹਾੜੇ ਆਉਂਦੇ ਆ, ਚਮਕੌਰ ਸਾਹਿਬ ਦਾ ਯੁੱਧ ਆਉਂਦਾ ਤੇ ਅਸੀਂ ਵੀ ਉਹ ਨਾਟਕੀ ਢੰਗ ਦੇ ਨਾਲ ਜਿਹੜਾ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਲੋਕਾਂ ਨੂੰ ਦੱਸਿਆ ਕਰੀਏ। ਤੇ ਉਹ ਕੀ ਹੋਇਆ, ਉਹਨਾਂ ਨੇ ਉਹ ਰਾਮਲੀਲਾ ਵਾਂਗ ਇੱਕ ਜਣਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਣ ਗਿਆ। ਹੁਣ ਬਾਬਾ ਅਜੀਤ ਸਿੰਘ ਸਾਹਿਬ ਤਾਂ ਨਹੀਂ ਨਾ ਕੋਈ ਬਣ ਸਕਦਾ, ਪਰ ਉਹਨਾਂ ਨੇ ਕਰ ਲਿਆ ਭੁੱਲਿਆ ਹੋਇਆਂ ਨੇ। ਤੇ ਜਦੋਂ ਸਾਧ ਸੰਗਤ ਜੀ ਉਹ ਵਾਰਤਾਲਾਪ ਕਰ ਰਹੇ ਸੀ, ਕੋਈ ਜਿਹੜੇ ਡਾਇਲਾਗ ਬਣਾਉਂਦੇ ਹੁੰਦੇ ਆ, ਤੇ ਉਹਦੇ ਵਿੱਚ ਇੱਕ ਨਰੰਗਾ ਬਣਾਇਆ। ਉਹ ਬੋਲਿਆ ਜਦੋਂ ਉਹ ਜਿਹੜਾ ਬਾਬਾ ਅਜੀਤ ਸਿੰਘ ਸਾਹਿਬ ਬਣਿਆ ਹੋਇਆ ਸੀ, ਉਹਨੇ ਕਿਰਪਾਨ ਮਾਰ ਕੇ ਨਰੰਗਾ ਵੱਢ ਦਿੱਤਾ। ਉਹ ਜਿਹੜਾ ਬਣਿਆ ਹੋਇਆ ਬਨੌਟੀ ਸੀ, ਉਹ ਫਿਰ ਕਹਿੰਦੇ ਨਾ ਬਈ ਸਿੱਖਾਂ ਦੀ ਅਸੀਂ ਇਹ ਨਹੀਂ ਹੋਣ ਦੇਣੀ, ਇਹ ਗੁੱਸੇ 'ਚ ਆ ਜਾਂਦੇ ਆ। ਤੋ ਸਾਧ ਸੰਗਤ ਜੀ ਜਿਹੜਾ ਕੋਈ ਜ਼ਾਲਮ ਸਾਹਮਣੇ ਆ ਕਰਕੇ ਉਹਨੇ ਕੋਈ ਅਪਸ਼ਬਦ ਬੋਲਿਆ ਹੋਊਗਾ, ਉਹਨੂੰ ਗੁੱਸਾ ਆ ਗਿਆ, ਉਹਨੂੰ ਮਾਰ ਦਿੱਤੀ। ਤੇ ਇੱਥੇ ਤਾਂ ਮਨਸੂਈ ਕਿਰਪਾਨਾਂ ਹੁੰਦੀਆਂ। ਸਿੱਖਾਂ ਦਾ ਇਤਿਹਾਸ ਜਿਹੜਾ ਬਣਾਉਟੀ ਨਹੀਂ ਬਣਾਇਆ ਜਾ ਸਕਦਾ, ਇਹ ਤਾਂ ਅਸਲੀ ਹੈ ਜਿਹੜਾ ਧਰਤੀ ਦੀ ਛਾਤੀ ਤੇ ਵਰਤਿਆ। ਤੇ ਇਤਿਹਾਸ ਦੇ ਰਾਹੀਂ ਸਿੱਖ ਜਦੋਂ ਸੁਣਦੇ ਆ ਨਾ, ਇਹ ਫਿਲਮਾਂ ਦੇ ਫਿਲਮਾਂਕਣ ਰਾਹੀਂ ਕੀ ਇਤਿਹਾਸ ਵੇਖ ਲਓਗੇ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਕਾਰਟੂਨਾਂ ਰਾਹੀਂ ਆਪਣਾ ਇਤਿਹਾਸ ਖੋਜਦੇ ਫਿਰਦੇ। ਬਾਹਰ ਤਾਂ ਬੱਚੇ ਬਿਲਕੁਲ ਕਮਜ਼ੋਰ ਹੋ ਗਏ ਆ, ਕਾਰਟੂਨਾਂ ਰਾਹੀਂ ਵੇਖਦੇ ਆ। ਚਲੋ ਨਾ ਕੁਝ ਹੋਣ ਨੂੰ ਫਿਰ ਸਾਰੇ ਸਮਝਦੇ ਵੀ ਇੰਨਾ ਕੁਝ ਤਾਂ ਵੇਖਣ, ਪਰ ਆਪਣਾ ਗੌਰਵਮਈ ਇਤਿਹਾਸ ਚਮਕੌਰ ਸਾਹਿਬ ਦੇ ਯੁੱਧ ਨੂੰ ਕੋਈ ਫਿਲਮਾਂਕਣ ਨਹੀਂ ਕਰ ਸਕਦੀ। ਜਿਹੜਾ ਸਾਧ ਸੰਗਤ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ, ਪੰਥ ਪ੍ਰਕਾਸ਼ ਦੇ ਅੰਦਰ ਇਹ ਯੁੱਧ ਦੀ ਕਥਾ ਜਿਹੜੀ ਹੈ, ਮਹਾਗਾਥਾ ਨੂੰ ਗਾਇਨ ਕੀਤਾ ਗਿਆ ਹੈ, ਇਹ ਸਾਧ ਸੰਗਤ ਜੀ ਬੜੀ ਅਦੁੱਤੀ ਹੈ। ਜਦੋਂ ਸਰੋਤੇ ਸੁਣਦੇ ਉਹਦੀਆਂ ਅੱਖਾਂ ਦੇ ਸਾਹਮਣੇ ਦੀ ਚਮਕੌਰ ਸਾਹਿਬ ਦੇ ਯੁੱਧ ਦਾ ਜਦੋਂ ਦ੍ਰਿਸ਼ ਲੰਘਦਾ, ਉਹਨੂੰ ਫਿਲਮ ਨਾਲ ਨਹੀਂ ਫਿਲਮਾਇਆ ਜਾ ਸਕਦਾ ਹੈ। ਤੇ ਇਹ ਰਾਸ ਧਾਰੀਏ ਜਿਹੜੇ ਐ, ਇਉਂ ਰਾਸਾਂ ਪਾਉਂਦੇ ਐ, ਕ੍ਰਿਸ਼ਨ ਜੀ ਦੀ ਬਣਾ ਲੈਂਦੇ ਆ, ਬਣਾਵਟ ਰੂਪ ਬਣਾ ਲੈਂਦੇ ਆ। ਕੋਈ ਗੋਪੀਆਂ ਦੇ ਗਹਿਣੇ ਗੁਣੇ ਪਾ ਕੇ ਚੰਗੀ ਤਰ੍ਹਾਂ ਗੋਪੀਆਂ ਬਣ ਜਾਂਦੀਆਂ ਤੇ ਰਾਸ ਪਾਉਂਦੇ ਹਨ। ਬਾਜ਼ਾਰੀ ਬਾਜ਼ਾਰ ਮਹਿ, ਇਹ ਬਾਜ਼ਾਰੀ ਲੋਕ ਜਿਹੜੇ ਆ ਨਾ, ਰਾਸ ਧਾਰੀਏ ਬਾਜ਼ਾਰ ਲਾ ਲੈਂਦੇ ਆ, ਇਕੱਠ ਕਰ ਲੈਂਦੇ ਆ ਤੇ ਉਸ ਬਾਜ਼ਾਰ ਵਿੱਚ ਆ ਕਰਕੇ ਆਏ ਕਠੇ ਬਾਜ਼ਾਰ, ਆ ਕਰਕੇ ਨਾ ਬਾਜ਼ਾਰ ਇੱਥੇ ਸਵਾਂਗ ਕੱਢਦੇ ਆ, ਦਿਖਾਵਾ ਕਰਦੇ ਆ। ਤੇ ਕ੍ਰਿਸ਼ਨ ਤਾਂ ਹੁੰਦੇ ਨਹੀਂ, ਪਰ ਕ੍ਰਿਸ਼ਨ ਬਣ ਜਾਂਦੇ। ਉਹ ਗੋਪੀਆਂ ਹੁੰਦੀਆਂ ਨਹੀਂ, ਗੋਪੀਆਂ ਬਣ ਜਾਂਦੀਆਂ ਨੇ। ਇਸ ਤਰ੍ਹਾਂ ਜਿਹੜੇ ਆ ਨਾ, ਆਏ ਕੱਢੇ ਬਾਜ਼ਾਰ, ਆ ਕਰਕੇ ਬਾਜ਼ਾਰ ਸਵਾਂਗ ਕੱਢਦੇ ਆ, ਬਣਾਵਟ ਦਿਖਾਉਂਦੇ ਆ, ਬਣਾ ਕਰਕੇ ਗਾਵਹਿ ਰਾਜੇ ਰਾਣੀਆਂ, ਇਹ ਬੜੇ ਸਾਰੇ ਰਾਜਿਆਂ ਦੇ ਪ੍ਰਸੰਗ ਗਾਉਂਦੇ ਆ। ਕਦੇ ਦਸ਼ਰਥ ਰਾਜੇ ਦਾ ਪ੍ਰਸੰਗ ਗਾਉਂਦੇ ਆ, ਕਦੀ ਹਰੀ ਚੰਦ ਰਾਜੇ ਦਾ ਪ੍ਰਸੰਗ ਗਾਉਂਦੇ ਆ, ਤੇ ਫਿਰ ਰਾਣੀਆਂ ਦੇ ਪ੍ਰਸੰਗ ਗਾਉਂਦੇ ਆ। ਕਦੇ ਪਿੰਗਲਾ ਰਾਣੀ ਦਾ ਪ੍ਰਸੰਗ ਗਾਉਂਦੇ ਆ, ਕਦੇ ਤਾਰਾ ਰਾਣੀ ਦਾ ਪ੍ਰਸੰਗ ਗਾਉਂਦੇ ਆ। ਗਾਵਹਿ ਰਾਜੇ ਰਾਣੀਆਂ, ਰਾਜਿਆਂ ਤੇ ਰਾਣੀਆਂ ਦੇ ਪ੍ਰਸੰਗ ਗਾ ਕੇ ਲੋਕਾਂ ਨੂੰ ਸੁਣਾਉਂਦੇ ਆ। ਬੋਲਹਿ ਆਲ ਪਤਾਲ, ਮਹਾਰਾਜ ਕਹਿੰਦੇ ਜਦੋਂ ਬੋਲਦੇ ਆ ਨਾ, ਤੇ ਆਲ ਕਹਿੰਦੇ ਆਕਾਸ਼ ਨੂੰ, ਆਕਾਸ਼ ਦੀਆਂ ਗੱਲਾਂ ਪਤਾਲ 'ਚ ਸਿੱਟ ਦਿੰਦੇ ਆ, ਤੇ ਪਤਾਲ ਦੀਆਂ ਗੱਲਾਂ ਅਣਹੋਈਆਂ ਆਕਾਸ਼ ਨੂੰ ਪਹੁੰਚਾ ਦਿੰਦੇ ਆ। ਭਾਵ ਊਲ ਜਲੂਲ ਹੀ ਬੋਲੀ ਜਾਂਦੇ ਆ, ਅਗੜ ਬਗੜ ਹੀ ਬੋਲੀ ਜਾਂਦੇ ਆ, ਅਵਾ ਤਵਾ ਹੀ ਬੋਲੀ ਜਾਂਦੇ ਆ, ਜਿਨ੍ਹਾਂ ਗੱਲਾਂ ਦਾ ਕੋਈ ਅਰਥ ਨਹੀਂ, ਵਿਅਰਥ ਹੀ ਗੱਲਾਂ ਬੋਲੀ ਜਾਂਦੇ ਆ। ਬੋਲੇ ਆਲ ਪਤਾਲ, ਆਕਾਸ਼ ਦੀਆਂ ਗੱਲਾਂ ਪਤਾਲ 'ਚ ਸਿੱਟ ਦਿੰਦੇ ਆ। ਜਿਹੜੀ ਗੱਲ ਅਣਹੋਈ ਹੁੰਦੀ ਆ, ਉਹ ਪਤਾਲ ਦੀਆਂ ਗੱਲਾਂ ਨੂੰ ਆਕਾਸ਼ 'ਚ ਪਹੁੰਚਾ ਕੇ ਉਹ ਦੱਸਦੇ, ਬੜੀਆਂ ਵੱਡੀਆਂ ਕਰ ਕਰਕੇ ਇਹ ਬੇਅਰਥ ਹੀ ਬੋਲਦੇ ਹਨ। ਲੱਖ ਟਕਿਆ ਕੇ ਮੁੰਦੜੇ, ਜਿਹੜੇ ਮਹਾਰਾਜ ਕਹਿੰਦੇ ਉਹਨਾਂ ਨੇ ਲੱਖਾਂ ਟਕਿਆਂ ਦੇ ਜਿਹੜੇ ਆ ਨਾ ਮੁੰਦੜੇ, ਛੱਲੇ ਹੱਥਾਂ ਵਿੱਚ ਛਾਪਾਂ ਪਾਈਆਂ ਹੁੰਦੀਆਂ ਨੇ। ਲੱਖ ਟਕਿਆ ਕੇ ਹਾਰ, ਤੇ ਲੱਖਾਂ ਹੀ ਟਕਿਆਂ ਦੇ ਹਾਰ ਪਾਏ ਹੁੰਦੇ ਆ। ਉਹ ਕ੍ਰਿਸ਼ਨ ਜੂ ਬਣਿਆ ਹੁੰਦਾ ਹੈ।
ਤੇ ਫਿਰ ਕ੍ਰਿਸ਼ਨ ਜੀ ਦਾ ਸਵਾਂਗ ਬਣਾਇਆ ਹੁੰਦਾ ਨਾ, ਤੇ ਲੱਖਾਂ ਹੀ ਮੁੱਲ ਦੇ ਜਿਹੜੇ ਆ ਉਹ ਹਾਰ ਪਾਏ ਹੁੰਦੇ ਐ, ਲੱਖਾਂ ਟਕਿਆਂ ਦੀਆਂ ਮੁੰਦਰੀਆਂ ਪਾਈਆਂ ਹੁੰਦੀਆਂ ਨੇ। ਜਿਤ ਤਨ ਪਾਈਆ ਹੈ ਨਾਨਕਾ। ਸਤਿਗੁਰੂ ਜੀ ਕਹਿੰਦੇ ਜਿਸ ਤਨ ਦੇ ਸੁਹੱਪਣ ਵਾਸਤੇ ਪਾਈ ਦੀਆਂ ਹਨ ਇਹ ਸ਼ੇਖ ਬ੍ਰਾਹਮੇ ਸਾਰੀਆਂ ਸੋਹਣੀਆਂ ਚੀਜ਼ਾਂ, ਸੇ ਤਨ ਹੋਵਾਹੇ ਛਾਰ। ਉਹ ਤਨ ਤਾਂ ਫਿਰ ਛਾਰ ਸਵਾਹੀ ਹੋ ਜਾਂਦਾ ਹੈ ਨਾ। ਇਹ ਸਾਧ ਸੰਗਤ ਜੀ ਮਹਾਰਾਜ ਜੀ ਦੇ ਘਰ ਦੀ ਇਹ ਸਿੱਖਿਆ ਹੈ। ਮਹਾਰਾਜ ਗੁਰੂ ਕਲਗੀਧਰ ਜੀ ਨੇ ਵੀ ਆਖਿਆ ਬੀਧੈ ਨਾਕ ਅਰਕਾਨ ਨਾ ਜੇ ਸਤਿਗੁਰ ਕੀ ਮਰਿਆਦ। ਸਤਿਗੁਰੂ ਜੀ ਦੇ ਘਰ ਦੀ ਮਰਿਆਦਾ ਨਹੀਂ ਕਿ ਨੱਕ ਕੰਨ ਵਿੰਨਣੇ, ਇਹ ਨਹੀਂ ਵਿੰਨਣੇ ਚਾਹੀਦੇ। ਇਹ ਹਿੰਦੂ ਮਤ ਵਿੱਚ ਵੀ ਇਸ ਦਾ ਰਿਵਾਜ ਨਹੀਂ ਹੈਗਾ, ਪਰ ਹੁਣ ਜਦੋਂ ਜਰਵਾਣੇ ਆਉਂਦੇ ਸੀ ਉਹਨਾਂ ਨੇ ਇਹਨਾਂ ਨੂੰ ਗੁਲਾਮ ਕਰ ਲਿਆ, ਤੇ ਜਿਸ ਕੌਮ ਨੇ ਗੁਲਾਮੀ ਪ੍ਰਵਾਨ ਕਰ ਲਈ ਉਹ ਪਹਿਨਦੇ ਆ, ਜਿਨਨੇ ਪ੍ਰਵਾਨ ਨਹੀਂ ਕੀਤੀ ਉਹ ਨਹੀਂ ਪਹਿਨਦੇ। ਸਿੱਖਾਂ ਨੂੰ ਇਸ ਕਰਕੇ ਮਹਾਰਾਜ ਮਨੇ ਕੀਤਾ ਸੀਗਾ। ਵੇਖੋ ਇਹ ਗੱਲ ਵਿੱਚ ਜਿਹੜੀਆਂ ਹਾਰ ਆਦਿਕ ਪਾਉਣੇ ਇਹ ਉਹਨਾਂ ਨੇ ਗੁਲਾਮ ਬਣਾਏ ਹੁੰਦੇ ਸੀ। ਇੱਕ ਤਾਂ ਨੱਕ 'ਚ ਨੱਥ ਪਾ ਦਿੰਦੇ ਸੀ, ਗਜਨੀ ਦੇ ਬਾਜ਼ਾਰਾਂ 'ਚ ਵੇਚਦੇ ਸੀ ਖੜ ਕੇ, ਕੰਨ ਵਿੰਨ ਦਿੰਦੇ ਸਨ, ਤੇ ਇਸ ਪ੍ਰਕਾਰ ਪੈਰਾਂ ਦੇ ਵਿੱਚ ਪਜੇਬਾਂ ਪਾ ਦਿੰਦੇ ਸੀਗੇ। ਇਸ ਪ੍ਰਕਾਰ ਨੱਠੇ ਤੇ ਪਤਾ ਲੱਗ ਜੇ, ਛਣਕਣ ਨਾਲ ਆਵਾਜ਼ ਆਵੇ ਤੇ ਪਤਾ ਚੱਲ ਜਾਵੇ। ਤੇ ਸਤਿਗੁਰਾਂ ਨੇ ਮਨੇ ਕਰ ਦਿੱਤਾ ਸੀ। ਇੱਥੇ ਵੇਖੋ ਗੁਰੂ ਬਾਬਾ ਜੀ ਵੀ ਪਹਿਲੇ ਪਾਤਸ਼ਾਹ ਜੀ ਕਹਿ ਰਹੇ ਹੈ ਕਿ ਵੀ ਲੱਖਾਂ ਟਕਿਆਂ ਦੀਆਂ ਇਹ ਮੁੰਦਰੀਆਂ ਪਾਉਣੀਆਂ, ਬੜੇ ਮਹਿੰਗੇ ਮਹਿੰਗੇ ਹਾਰ, ਬੜੇ ਜਿਹੜੇ ਐ ਮਹਿੰਗੇ ਗਹਿਣੇ ਪਹਿਰਨੇ। ਪਰ ਮਹਾਰਾਜ ਕਹਿੰਦੇ ਜਿਤ ਤਨ ਪਾਈ ਹੈ ਨਾਨਕਾ। ਇਹ ਸ਼ੇਖ ਬ੍ਰਹਮ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿ ਰਹੇ ਆ, ਉਸ ਦੇ ਤਾਈ ਜਾਣੋ ਸਾਰੀ ਲੁਕਾਈ ਨੂੰ ਹੀ ਮਹਾਰਾਜ ਉਪਦੇਸ਼ ਦੇ ਰਹੇ ਆ ਕਿ ਜਿਸ ਤਨ ਦੇ ਉੱਤੇ ਸੋਹਣੇ ਬਣਨ ਲਈ ਪਾਉਂਦੇ ਆ, ਜਿਵੇਂ ਰਾਸ ਧਾਰੀਏ ਪਾਉਂਦੇ ਆ, ਮਹਾਰਾਜ ਕਹਿੰਦੇ ਸੇ ਤਨ ਹੋ ਬਹਿ ਛਾਰ। ਇੱਕ ਦਿਨ ਉਸ ਤਨ ਜਿਹੜਾ ਨਾ ਛਾਰ ਸਵਾਹੀ ਢੇਰੀ ਹੋ ਜਾਣਾ। ਕੀ ਤਨ ਦੀ ਸੁਹੱਪਣ ਕਰਕੇ ਵਿਖਾਉਣਾ ਹੈ। ਗਿਆਨ ਨਾ ਗਲਈ ਢੂੰਢੀਆ। ਤੇ ਸ਼ੇਖ ਬ੍ਰਹਮ ਕਹਿੰਦਾ ਮਹਾਰਾਜ ਉਹ ਤਾਂ ਕਹਿੰਦੇ ਅਸੀਂ ਗਿਆਨ ਦੀਆਂ ਗੱਲਾਂ ਕਰਦੇ ਆਂ, ਤੇ ਤੁਸੀਂ ਕਹਿੰਦੇ ਹੋ ਗਿੜਮੁੜ ਪੂਰੇ ਤਾਲ ਤੇ ਬੋਲੇ ਆਲ ਪਤਾਲ, ਪਿਊਲ ਜਲੂਲ ਬੋਲਦੇ ਆ, ਵਿਅਰਥ ਬੋਲਦੇ ਆ। ਮਹਾਰਾਜ ਉਹ ਤਾਂ ਕਹਿੰਦੇ ਅਸੀਂ ਗਿਆਨ ਦੀਆਂ ਗੱਲਾਂ ਕਰਦੇ ਆਂ, ਬੜਾ ਗਿਆਨ ਹੁੰਦਾ ਇਹਦੇ ਨਾਲ, ਬੜਾ ਇਤਿਹਾਸ ਪਤਾ ਲੱਗਦਾ ਹੈ। ਤਾਂ ਹਜੂਰ ਫਰਮਾਉਂਦੇ ਫਿਰ ਸ਼ੇਖ ਬ੍ਰਹਮ ਨੂੰ ਮਹਾਰਾਜ ਉੱਤਰ ਦਿੰਦੇ ਆ ਗਿਆਨ ਨਾ ਗਲੀ ਢੂੰਢੀਆ। ਮਹਾਰਾਜ ਕਹਿੰਦੇ ਨੇ ਸ਼ੇਖ ਬ੍ਰਹਮ ਜੀ ਗਿਆਨ ਗੱਲਾਂ ਕਰਨ ਨਾਲ ਨਹੀਂ ਲੱਭਦਾ। ਜੇ ਕੋਈ ਮਹਾਰਾਜ ਕਹਿੰਦੇ ਗੱਲਾਂ ਮਾਰੇ ਨਾ, ਬਹੁਤ ਸਾਰੀਆਂ ਗੱਲਾਂ ਮਾਰਨ ਵਾਲੇ ਹੀ ਹੈ ਨਾ। ਅੱਜ ਕੱਲ ਗਿਆਨ ਦਾ ਰਾਹ ਕੌਣ ਫੜਦਾ ਹੈ? ਉਹ ਕਹਿੰਦੇ ਮੈਂ ਗਿਆਨੀ ਕਰ ਲਈ ਹੈ, ਤੇ ਉਹ ਸਾਧ ਸੰਗਤ ਜੀ ਬੁੱਕਾਂ ਪੜ੍ਹ ਕੇ ਗਿਆਨੀ ਕਰ ਲਈ ਜਾਂਦੀ ਹੈ, ਤੇ ਹੋਰ ਕਿਤਾਬਾਂ ਪੜ੍ਹ ਲੈਂਦੇ ਆ, ਚਾਰ ਉਥੋਂ ਮਾਈ ਸੇਵਾ ਬਾਜ਼ਾਰ ਵਿੱਚੋਂ ਲੈ ਕੇ ਕਹਿੰਦੇ ਬਸ ਹੁਣ ਵਿਦਵਾਨ। ਸਤਿਗੁਰੂ ਕਹਿੰਦੇ ਗਿਆਨ ਨਾ ਗੱਲੀ ਢੂੰਢੀ ਹੈ, ਇਹ ਗੱਲੀ ਪਾਠ ਕਰਨਾ, ਜਿਵੇਂ ਕੀਤਾ ਸੁਧ ਕੀਤਾ ਪਾਠ। ਮਹਾਰਾਜ ਜੀ ਕਹਿੰਦੇ ਭਾਈ ਇਹ ਸ਼ੇਖ ਬ੍ਰਹਮ ਕੇਵਲ ਗੱਲਾਂ ਕਰਨ ਦੇ ਨਾਲ, ਕਿਉਂਕਿ ਗਾਲੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ, ਗੱਲਾਂ ਨਾਲ ਗਿਆਨ ਨਹੀਂ ਹੁੰਦਾ ਹੈ। ਕਥਾ ਕਰਨ ਨੂੰ ਤਾਂ ਬਥੇਰੀ ਕਰੀ ਜਾਈਦੀ ਹੈ, ਪਰ ਗਿਆਨ ਤਾਂ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਹੁੰਦਾ ਹੈ। ਮਹਾਰਾਜ ਦੱਸਣਗੇ ਗਿਆਨ ਹੁੰਦਾ ਕਿਵੇਂ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹਨ ਗਿਆਨ ਨਾ ਗਲੀ ਢੂੰਢੀਆ। ਮਹਾਰਾਜ ਕਹਿੰਦੇ ਸ਼ੇਖ ਬ੍ਰਹਮ ਗੱਲਾਂ ਕਰਨ ਦੇ ਨਾਲ ਗਿਆਨ ਨੂੰ ਨਹੀਂ ਢੂੰਢੀਦਾ, ਨਹੀਂ ਖੋਜਿਆ ਜਾਂਦਾ। ਗਿਆਨ ਕੇਵਲ ਗੱਲਾਂ ਕਰਨ ਨਾਲ। ਕਥਨਾ ਕਰੜਾ ਸਾਰ। ਗਿਆਨ ਦਾ ਕਥਨ ਕਰਨਾ ਮਹਾਰਾਜ ਕਹਿੰਦੇ ਬੜਾ ਕਠਨ ਹੈ, ਬੜਾ ਦੁਸਤਰ ਹੈ, ਕਰੜਾ ਹੈ, ਸਖਤ ਹੈ। ਗਿਆਨ ਦਾ ਕਥਨ ਕਰਨਾ ਸੌਖਾ ਨਹੀਂ ਹੈ। ਮਹਾਰਾਜ ਜੀ ਕਿੰਨਾ ਕੁ ਮਹਾਰਾਜ ਕਹਿੰਦੇ ਜਿਵੇਂ ਸਾਰ ਲੋਹੇ ਦਾ ਸ਼ਸਤਰ ਘੜਨਾ ਔਖਾ ਹੁੰਦਾ ਹੈ ਨਾ, ਇਵੇਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗਿਆਨ ਦਾ ਕਥਨ ਕਰਨਾ ਬੜਾ ਹੀ ਜ਼ਿਆਦਾ ਔਖਾ ਹੈ। ਇਹ ਥੋੜਾ ਕਿ ਚਾਰ ਛਾਲਾਂ ਮਾਰ ਲਈਆਂ ਉਧਰ ਟੱਪ ਲੇ। ਕਈਆਂ ਨੇ ਉਹ ਕਥਾ ਕਰਦੇ ਹੁੰਦੇ ਆ ਤੇ ਨਾਲ ਹੀ ਆਪਣੇ ਹੱਥਾਂ 'ਚ ਵੀ ਘੁੰਗਰੂ ਪਾਏ ਹੁੰਦੇ, ਨਾਲ ਹੀ ਉਹ ਕਥਾ ਸੁਣਾਉਂਦੇ ਵਿੱਚ ਹੀ ਆਪ ਰਾਧਿਕਾ ਵਾਂਗੂ ਨੱਚਣ ਵੀ ਲੱਗ ਪੈਂਦੇ ਆ। ਤਾਂ ਮਹਾਰਾਜ ਕਹਿੰਦੇ ਆ ਭਾਈ ਭਾਵੇਂ ਕਿੱਥੋਂ ਉਹ ਵੇਦ ਦੀਆਂ ਰਿਚਾਂ ਕੱਢ ਕੇ ਪੜ੍ਹਦੇ ਆ, ਸੁਣਨ ਵਾਲੇ ਕਹਿੰਦੇ ਆਹਾ ਬਾਬਾ ਜੀ ਨੂੰ ਤਾਂ ਬੜਾ ਹੀ ਗਿਆਨ ਹੈ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਮਾਈ ਤੋਂ ਬਿਨਾਂ ਸ਼ੇਖ ਬ੍ਰਹਮ ਕਿੱਥੇ ਲੱਭਦਾ ਹੀ ਗਿਆਨ।
ਗਿਆਨ ਨਹੀਂ ਗੱਲਾਂ ਨਾਲ ਢੂੰਡਿਆ ਜਾਂਦਾ, ਲੱਭਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਗਿਆਨ ਦਾ ਕਥਨ ਕਰਨਾ ਜਿਹੜਾ ਬੜਾ ਕਰੜਾ, ਬੜਾ ਜ਼ਿਆਦਾ ਦੁਸਤਰ ਹੈ, ਬੜਾ ਕਠਨ ਹੈ, ਇੰਨਾ ਕਰੜਾ ਸਖਤ ਹੈ ਕਿ ਜਿਵੇਂ ਸਾਰ ਲੋਹੇ ਦਾ ਸ਼ਸਤਰ ਘੜਨਾ ਬੜਾ ਦੁਸਤਰ ਹੁੰਦਾ ਏ। ਕਰਮ ਮਿਲਾ ਤਾ ਪਾਈਆ। ਸ਼ੇਖ ਬ੍ਰਹਮ ਨੇ ਹੱਥ ਜੋੜੇ, ਮਹਾਰਾਜ ਫਿਰ ਅੱਲਾ ਦਾ ਗਿਆਨ ਕਿਵੇਂ ਮਿਲਦਾ ਹੈ? ਹਜੂਰ ਕਹਿੰਦੇ ਕਰਮ ਮਿਲੇ ਤਾਂ ਪਾਈਆ। ਸ਼ੇਖ ਬ੍ਰਹਮ ਜੇ ਮੇਰੇ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਨਾ, ਕਰਮ ਬਖਸ਼ਿਸ਼ ਨੂੰ ਕਹਿੰਦੇ ਫਾਰਸੀ ਵਿੱਚ, ਮਹਾਰਾਜ ਕਹਿੰਦੇ ਜੇ ਬਖਸ਼ਿਸ਼ ਹੋ ਜਾਵੇ ਨਾ ਤੇ ਫਿਰ ਉਹਦੇ ਦਰ ਘਰ ਦਾ ਗਿਆਨ ਪਾਈਦਾ ਹੈ। ਫਿਰ ਉਹਦੇ ਦਰ ਦੀ ਬਖਸ਼ਿਸ਼ ਜਦੋਂ ਮਿਲਦੀ ਫਿਰ ਉਹ ਸੋਝੀ ਹੁੰਦੀ ਹੈ। ਤੇ ਕਰਮ ਜਿਹੜਾ ਸਾਧ ਸੰਗਤ ਜੀ ਸੰਸਕ੍ਰਿਤ ਵਿੱਚ ਕਰਮਾਂ ਨੂੰ ਵੀ ਕਹਿੰਦੇ ਆ। ਮਹਾਰਾਜ ਕਹਿੰਦੇ ਕਰਮ ਮਿਲੈ ਤਾਂ ਪਾਈਐ। ਜੇ ਕਰਮਾਂ ਵਿੱਚ ਲਿਖਿਆ ਹੋਏ ਨਾ ਮੇਰੇ ਵਾਹਿਗੁਰੂ ਨੇ ਪੂਰਬਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਲਿਖ ਦਿੱਤਾ ਹੋਵੇ ਤੇ ਫਿਰ ਗੁਰੂ ਦਾ ਦੀਦਾਰ ਹੁੰਦਾ ਹੈ। ਸ਼ੇਖ ਬ੍ਰਹਮ ਫਿਰ ਗਿਆਨ ਦੇ ਕਪਾਟ ਜਿਹੜੇ ਆ ਉਹ ਅਗਿਆਨਤਾ ਦੇ ਕਪਾਟ ਖੁੱਲ ਕੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਏ। ਹੋਰ ਹਿਕਮਤ ਹੁਕਮ ਖੁਆਰ। ਹੋਰ ਹਿਕਮਤ ਚਤੁਰਾਈਆਂ ਹੀ ਐ, ਚਲਾਕੀਆਂ ਹੀ ਐ ਸਾਰੀਆਂ, ਪੜ ਪੜ ਕੇ ਦੱਸਣਾ ਕਿ ਇਸ ਤਰ੍ਹਾਂ ਜਿਹੜਾ ਹੈ ਉਹ ਜੀਵਨ ਕਮਾਈਦਾ, ਆਹ ਕਰੀਦਾ। ਮਹਾਰਾਜ ਕਹਿੰਦੇ ਭਾਈ ਉਹ ਖੁਆਰ ਹੀ ਹੁੰਦੇ ਆ ਜਿਹੜੇ ਚਲਾਕੀਆਂ ਨਾਲ ਗੱਲਾਂ ਕਰਨੀਆਂ ਤਾਂ ਬੜੀਆਂ ਸਿੱਖ ਲੈਂਦੇ ਆ, ਲੋਕਾਂ ਨੂੰ ਰਿਝਾ ਲੈਂਦੇ ਆ। ਗੁਰਬਾਣੀ ਦੀ ਸਾਧ ਸੰਗਤ ਜੀ ਕਥਾ ਕਰਨੀ ਬੜੀ ਦੁਸਤਰ ਹੈ। ਇਹ ਤਾਂ ਸਤਿਗੁਰੂ ਜੀ ਕਿਰਪਾ ਕਰਨ ਤੇ ਫਿਰ ਆਪਣੇ ਚਰਨਾਂ ਦਾ ਪਿਆਰ ਲਾ ਦੇਣ, ਨਹੀਂ ਤਾਂ ਅੱਜ ਕੱਲ ਸਰੋਤੇ ਵੀ ਚੁਟਕਲੇ ਸੁਣਨ 'ਚ ਹੀ ਖੁਸ਼ ਹੁੰਦੇ ਆ। ਉਹ ਕਹਿੰਦੇ ਲੈ ਬਾਬਾ ਜੀ ਨੇ ਤਾਂ ਬੜਾ ਹੀ ਕਮਾਲ ਕਰਤਾ, ਜਾਂ ਕੰਟਰੋਵਰਸੀ ਸੁਣਦੇ ਆ, ਕਿਸੇ ਨੂੰ ਚੰਗੀ ਤਰ੍ਹਾਂ ਕੋਈ ਭੰਡ ਦੇਵੇ ਤੇ ਫਿਰ ਬਾਬਾ ਜੀ ਨੂੰ ਵੀ ਉੱਠਿਆ ਕਹਿੰਦੇ ਆ ਬਾਬਾ ਜੀ ਕਮਾਲ ਕਰਤੀ, ਚੰਗੀ ਮੰਜੀ ਠੋਕੀ ਜੇ ਅੱਜ। ਲਓ ਦੱਸੋ ਵੀ ਤੂੰ ਕਿਸੇ ਦੀ ਨਿੰਦਾ ਹੀ ਸੁਣਨੀ ਸੀ ਕਥਾ ਵਿੱਚ। ਜਦੋਂ ਧਰਮ ਤੇ ਕੋਈ ਵਾਅਦਾ ਕਰਦਾ ਫਿਰ ਤਾਂ ਉਹ ਬੋਲਣਾ ਸਾਡੀ ਮਜਬੂਰੀ ਹੋ ਜਾਂਦੀ। ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਕੋਈ ਬੋਲਦਾ ਫਿਰ ਸਾਨੂੰ ਬੋਲਣਾ ਪੈਂਦਾ, ਕਿਉਂਕਿ ਉਹ ਸਾਨੂੰ ਸਤਿਗੁਰਾਂ ਆਗਿਆ ਕੀਤੀ ਹੈ ਕਿ ਅਸੀਂ ਧਰਮ ਦੀ ਲਹਾਈ ਨਹੀਂ ਵੇਖਣੀ। ਗੁਰੂ ਕੀ ਨਿੰਦਾ ਕਰਦਾ ਤਾਂ ਸਾਡਾ ਬੋਲਣਾ ਫਰਜ਼ ਬਣਦਾ ਹੈ। ਪਰ ਜਿਹੜਾ ਐਵੇਂ ਹੀ ਕਿਸੇ ਨੂੰ ਆਪਣੀ ਈਰਖਾ ਨਾਲ ਭੰਡੀ ਜਾਣਾ, ਫਿਰ ਆਪਣਾ ਪ੍ਰਤਾਪ ਵਧਾਉਣ ਲਈ ਦੂਸਰੇ ਦਾ ਪ੍ਰਤਾਪ ਨੀਵਾਂ ਕਰਨ ਦਾ ਯਤਨ ਕਰਨਾ, ਉਹਦੀ ਵਡਿਆਈ ਨੂੰ ਨਿਉਣਤਾਈ ਵਿੱਚ ਲੈ ਕਰਕੇ ਆਉਣਾ, ਕਿਉਂਕਿ ਸੜਨਾ ਹੁੰਦਾ ਅੰਦਰ, ਗਿਆਨ ਨਹੀਂ ਹੁੰਦਾ। ਇਹ ਕੋਈ ਗਿਆਨ ਨਹੀਂ ਹੁੰਦਾ। ਆਪ ਹੀ ਦਾਅਵੇ ਕਰੀ ਜਾਣੇ ਵੀ ਆਹ ਸਹੀ ਆ, ਆਹ ਗਲਤ ਹੈ, ਉਹ ਨਹੀਂ ਕਰਨਾ ਚਾਹੀਦਾ, ਆਹ ਕਰਨਾ ਚਾਹੀਦਾ। ਵੀ ਤੂੰ ਕਿਹੜੀ ਕਿਤਾਬ ਪੜ੍ਹ ਲਈ ਹੈ ਵੀ ਗੁਰਬਾਣੀ ਦੀ ਕਥਾ ਕਰ ਬਈ? ਸਤਿਗੁਰੂ ਜੀ ਦੀ ਬਾਣੀ ਦੀ ਨਿਰੋਲ ਕਥਾ ਕਰਨੀ ਜਿਹੜੀ ਹੈ ਨਾ, ਇਹ ਸਾਧ ਸੰਗਤ ਜੀ ਸਰੋਤੇ ਨੂੰ ਗਿਆਨ ਦੇ ਵਿੱਚ ਲੈ ਜਾਂਦੀ ਹੈ ਕਿ ਗਿਆਨ ਦੇ ਨਾਲ ਹੀ ਸੁੱਖ ਦਾ ਅਨੁਭਵ ਹੁੰਦਾ ਹੈ। ਹਜੂਰ ਫਰਮਾਉਂਦੇ ਹਨ ਹੋਰ ਹਿਕਮਤ ਹੁਕਮ ਖੁਆਰ। ਹੋਰ ਹਿਕਮਤਾਂ ਕਰਨੀਆਂ, ਚਤੁਰਾਈਆਂ, ਚਲਾਕੀਆਂ ਕਰਨੀਆਂ। ਮਹਾਰਾਜ ਕਹਿੰਦੇ ਹੋਰ ਇਹ ਚਲਾਕੀਆਂ ਹੀ ਆ ਸਾਰੀਆਂ, ਖੁਆਰ ਹੀ ਹੁੰਦੇ ਆ ਜੀਵ। ਚੁਟਕਲਿਆਂ ਦੇ ਵਿੱਚ ਕੋਈ ਆਨੰਦ ਨਹੀਂ, ਕੋਈ ਸੁੱਖ ਨਹੀਂ, ਕੋਈ ਗਿਆਨ ਨਹੀਂ। ਘੜੀ ਪਲ ਦਾ ਕਾਨ ਰਸ ਹੁੰਦਾ ਹੈ ਤੇ ਕਾਨ ਰਸ ਦੇ ਨਾਲ ਹੀ ਸੁਣ ਕੇ ਕਹਿੰਦੇ ਵੀ ਕਥਾ ਸੁਣ ਕੇ ਆਏ ਆ। ਕਥਾ ਤਾਂ ਭਾਈ ਧੁਰ ਕੀ ਬਾਣੀ ਦੀ ਹੈ, ਕਥਾ ਤਾਂ ਮਹਾਰਾਜ ਦੇ ਨਾਮ ਦੀ ਮਹਿਮਾ ਹੈ, ਹੋਰ ਕੋਈ ਕਥਾ ਨਹੀਂ। ਬਾਕੀ ਤਾਂ ਪ੍ਰਚਾਰ ਜਾਂ ਗੱਲਾਂ ਬਾਤਾਂ ਹੀ ਹੁੰਦੀਆਂ ਨੇ। ਪੌੜੀ ਦੁਆਰਾ ਮਹਾਰਾਜ ਫਰਮਾਉਂਦੇ ਹਨ ਨਦਰ ਕਰਹਿ ਜੇ ਆਪਣੀ। ਮਹਾਰਾਜ ਜੀ ਹੁਣ ਪੌੜੀ ਵਿੱਚ ਕਹਿੰਦੇ ਆ ਨਦਰ ਕਰਹਿ ਜੇ ਆਪਣੀ। ਸ਼ੇਖ ਬ੍ਰਹਮ ਜੇ ਮੇਰਾ ਵਾਹਿਗੁਰੂ ਆਪਣੀ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਤਾਂ ਨਦਰੀ ਸਤਿਗੁਰ ਪਾਇਆ। ਤਾਂ ਫਿਰ ਕੀ ਹੁੰਦਾ? ਉਹਦੀ ਮਿਹਰ ਦੀ ਨਿਗਾਹ ਨਾਲ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਪੂਰੇ ਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਵੇਖੋ ਨਿਰੰਕਾਰ ਦੀ ਮਿਹਰ ਹੀ ਹੋਈ ਸੀ ਭਾਈ ਭਗੀਰਥ ਤੇ, ਉਹਨੂੰ ਗੁਰੂ ਨਾਨਕ ਸਾਹਿਬ ਦਾ ਦੀਦਾਰ ਹੋਇਆ ਸੀ। ਮਹਾਰਾਜ ਜੀ ਕਹਿੰਦੇ ਜਦੋਂ ਮੇਰਾ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰਦਾ ਤੇ ਫਿਰ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਨੂੰ ਪਾ ਲਈਦਾ ਏ। ਇਹੋ ਜੀਉ ਬਹੁਤੇ ਜਨਮ ਭਰਮਿਆ। ਇਹ ਜੀ ਨਾ ਬਹੁਤੇ ਜਨਮਿਆਂ ਵਿੱਚ ਭਰਮਦੇ ਹੋਏ ਆਏ, ਕਦੀ ਸੱਪ ਕਦੇ ਠੂਹਾਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਹਾਰਾਜ ਕਹਿੰਦੇ ਇੱਕ ਕਿਤੇ ਇਹੋ ਜੀਓ ਬਹੁਤੇ ਜਨਮ ਭਰਮਿਆ, ਬੜੇ ਹੀ ਜਨਮਾਂ ਵਿੱਚ ਭਟਕਿਆ ਭਰਮਿਆ ਇਹ ਜੀਵ। ਤਾਂ ਸਤਿਗੁਰ ਸ਼ਬਦ ਸੁਣਾਇਆ। ਜਦੋਂ ਸਤਿਗੁਰੂ ਦੇ ਸਾਹਮਣੇ ਆਇਆ ਨਾ ਤਾਂ ਸਤਿਗੁਰਾਂ ਨੇ ਫਿਰ ਸ਼ਬਦ ਸੁਣਾਇਆ। ਮਹਾਰਾਜ ਜੀ ਨੇ ਸ਼ਬਦ ਆਪਣੇ ਮੁਖ ਤੋਂ ਆਖਿਆ ਵਾਹਿਗੁਰੂ। ਸਿੱਖ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਆਪਣੇ ਸ਼੍ਰੀ ਕੰਠ ਤੋਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨੀ ਜਿਹੜੇ ਲੱਗ ਗਏ ਨਾ, ਪਿਛਲਿਆਂ ਯੁੱਗਾਂ ਦੇ ਵੀ ਅਵਗਤ ਮਹਾਰਾਜ ਨੇ ਸਦਗਤੀ ਵਿੱਚ
ਕਰ ਦਿੱਤੇ, ਸਫਲੇ ਕਰ ਦਿੱਤੇ, ਤਾਰ ਦਿੱਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ। ਮਹਾਰਾਜ ਕਹਿੰਦੇ ਸਤਿਗੁਰਾਂ ਦੇ ਸਨਮੁਖ ਜਦੋਂ ਹੋਇਆ, ਭਟਕਦੇ ਹੋਏ ਨੂੰ ਮਹਾਰਾਜ ਜੀ ਨੇ ਸ਼ਬਦ ਸੁਣਾ ਦਿੱਤਾ। ਸਤਿਗੁਰ ਜੀਵੜ ਦਾਤਾ ਕੋ ਨਹੀਂ। ਜਿਹੜੇ ਸ਼ਬਦ ਦੀ ਨਾਮ ਦੀ ਦਾਤ ਦਿੰਦੇ ਆ ਨਾ ਸ਼ੇਖ ਬ੍ਰਹਮ, ਐਸੇ ਸਤਿਗੁਰੂ ਜੀ ਦੇ ਜਿੱਡਾ ਵੱਡਾ ਕੋਈ ਦਾਤਾ ਨਹੀਂ। ਗੁਰੂ ਨਾਨਕ ਸਾਹਿਬ ਜੀ ਵੱਡਾ ਕੋਈ ਦਾਤਾ ਕੋ ਹੋ ਸਕਦਾ? ਇਸੇ ਕਰਕੇ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਕਿਹਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਜਿਹੜੇ ਸਤਿਗੁਰੂ ਜੀ ਨਾਮ ਦੀ ਦਾਤ ਦਿੰਦੇ ਆ ਸ਼ੇਖ ਬ੍ਰਹਮ, ਉਹਨਾਂ ਸਤਿਗੁਰਾਂ ਦੇ ਵੱਡਾ ਕੋਈ ਜਿੱਡਾ ਵੱਡਾ ਕੋਈ ਦਾਤਾ ਨਹੀਂ ਹੋ ਸਕਦਾ। ਸਭ ਸੁਣਿਆ ਹੋ ਲੋਕ ਸਬਾਇਆ। ਮਹਾਰਾਜ ਕਹਿੰਦੇ ਭਾਈ ਸਬਾਇਆ ਸਾਰੇ ਸੰਸਾਰ ਦੇ ਲੋਕ ਸੁਣ ਲਓ, ਸਤਿਗੁਰੂ ਜੀ ਦੇ ਬਰਾਬਰ ਕੋਈ ਦਾਤਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਰਾਬਰ ਕੋਈ ਦਾਤਾ ਨਹੀਂ। ਹਜੂਰ ਨੇ ਆਪਣਾ ਸਰਬੰਸ ਹੀ ਕੁਰਬਾਨ ਕਰ ਦਿੱਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਡੀਆਂ ਦਾਤਾਂ ਦਿੱਤੀਆਂ ਗਰੀਬ ਨਵਾਜ ਜੀ ਨੇ। ਜਦੋਂ ਹੱਟ ਸਾਹਿਬ ਦੇ ਵਿੱਚ ਦਾਤਾਂ ਦਿੰਦੇ ਸੀ, ਗਰੀਬੀ ਰੋੜ ਦਿੱਤੀ ਸੀ ਸੱਚੇ ਪਾਤਸ਼ਾਹ ਜੀ ਨੇ। ਸਤਿਗੁਰਾਂ ਦੇ ਬਰਾਬਰ ਕੋਈ ਦਾਤਾ ਨਹੀਂ। ਮਹਾਰਾਜ ਕਹਿੰਦੇ ਹਨ ਸਤਿਗੁਰ ਮਿਲਿਆ ਸੱਚ ਪਾਇਆ। ਸਤਿਗੁਰਾਂ ਜੀ ਦੇ ਨਾਲ ਜਦੋਂ ਮਿਲੀਏ ਨਾ ਸ਼ੇਖ ਬ੍ਰਹਮ, ਫਿਰ ਕੀ ਮਿਲਦਾ? ਸੱਚ ਪਾਇਆ। ਫਿਰ ਸੱਚੇ ਨਾਮ ਦੀ ਦਾਤ ਜਿਹੜੀ ਹੈ ਨਾ ਉਹ ਪ੍ਰਾਪਤ ਹੁੰਦੀ ਆ। ਜਿਨੇ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੇ ਆਪਣੇ ਵਿੱਚੋਂ ਆਪਣਾ ਆਪਾ ਭਾਵ ਗਵਾ ਦਿੱਤਾ ਹੈ ਨਾ, ਉਹਨਾਂ ਨੂੰ ਸਤਿਗੁਰਾਂ ਨਾਲ ਮਿਲਦਿਆਂ ਸਾਰੀ ਸੱਚ ਲੱਭ ਪੈਂਦਾ ਹੈ। ਦੇ ਜਿਹਦੇ ਅੰਦਰ ਹੁਣ ਗਲਾਸ ਪਹਿਲੋਂ ਭਰਿਆ ਪਾਣੀ ਦਾ, ਤੇ ਫਿਰ ਮਹਾਰਾਜ ਕਹਿੰਦੇ ਵੀ ਤੂੰ ਤਾਂ ਪਹਿਲਾਂ ਹੀ ਭਰਿਆ ਆ ਗਿਆ, ਹਉਮੈ ਨਾਲ ਭਰਿਆ। ਮਹਾਰਾਜ ਖਾਲੀ ਕਰ ਦੇ, ਪਹਿਲਾਂ ਹਉਮੈ ਕੱਢ ਦੇ ਅੰਦਰੋਂ ਸੱਚੇ ਪਾਤਸ਼ਾਹ। ਜਦੋਂ ਖਾਲੀ ਹੋ ਜਾਂਦਾ ਹਿਰਦਾ ਰੂਪੀ ਬਰਤਨ, ਫਿਰ ਮਹਾਰਾਜ ਸੱਚ ਪਾਇਆ ਵਿੱਚ, ਮਹਾਰਾਜ ਸੱਚਾ ਨਾਮ ਪਾ ਦਿੰਦੇ ਆ, ਹਜੂਰ ਬਖਸ਼ਿਸ਼ ਕਰ ਦਿੰਦੇ ਆ। ਜਿਨੇ ਵਿੱਚੋਂ ਆਪ ਗਵਾਇਆ। ਜਿਨ੍ਹਾਂ ਨੇ ਵਿੱਚੋਂ ਆਪਣਾ ਆਪਾ ਭਾਵ ਗਵਾ ਦਿੱਤਾ, ਉਹਨਾਂ ਨੇ ਸਤਿਗੁਰਾਂ ਦੇ ਕੋਲੋਂ ਸੱਚ ਨਾਮ ਦੀ ਦਾਤ ਪਾਈ ਹੈ। ਸੱਚੋ ਸੱਚ ਬੁਝਾਇਆ। ਜਿਨ ਕਿਤੇ ਜੀ ਫਿਰ ਪੜ੍ਹ ਦਿਓ। ਜਿਨ ਸੱਚੋ ਸੱਚ ਬੁਝਾਇਆ। ਜਿਨ੍ਹਾਂ ਸਤਿਗੁਰਾਂ ਨੇ ਕੇਵਲ ਤੇ ਕੇਵਲ ਇੱਕੋ ਇੱਕ ਸੱਚੇ ਨਾਮ ਦੇ ਤਾਈਂ ਬੁਝਾ ਦਿੱਤਾ, ਜਣਾ ਦਿੱਤਾ ਕਿ ਕੇਵਲ ਤੇ ਕੇਵਲ ਸੱਚ ਸਰੂਪ ਹੈ, ਸੱਚੇ ਤੋਂ ਬਿਨਾਂ ਸਭ ਮਾਇਆ ਦੇ ਆਕਾਰ ਨੇ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਹੀ ਬੁਝਾ ਦਿੰਦੇ ਐ। ਸਤਿਗੁਰੂ ਜਦੋਂ ਕਿਰਪਾ ਕਰਦੇ ਆ ਨਾ, ਫਿਰ ਸਾਧ ਸੰਗਤ ਜੀ ਉਸੇ ਸਮੇਂ ਜੀਵ ਦੇ ਕਪਾਟ ਖੁੱਲ ਜਾਂਦੇ ਐ, ਬ੍ਰਹਮ ਰੂਪ ਹੋ ਜਾਂਦਾ ਹੈ। ਸਤਿਗੁਰਾਂ ਜੀ ਨੇ ਉਹ ਜਿਹੜਾ ਸਾਧ ਸੰਗਤ ਜੀ ਸਕੇਤ ਮੰਡੀ ਵਾਲਾ ਰਾਜਾ ਸੀ, ਉਹਦੀ ਜਿਹੜੀ ਰਾਜਕੁਮਾਰੀ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਵੇਖ ਕੇ ਮੋਹਿਤ ਹੋ ਗਈ ਸੀ। ਸਤਿਗੁਰਾਂ ਨੂੰ ਜਦੋਂ ਉਹਨੇ ਨਮਸਕਾਰ ਕੀਤੀ, ਮਹਾਰਾਜ ਨੇ ਉਹਦੀ ਪਿੱਠ ਦੇ ਉੱਤੇ ਕਮਾਨ ਲਾਇਆ ਆਪਣਾ। ਕਮਾਨ ਦਾ ਗੋਸ਼ਾ ਜਦੋਂ ਉਹਦੀ ਪਿੱਠ ਤੇ ਲੱਗਾ ਨਾ, ਉਹਦੇ ਕਪਾਟ ਖੁੱਲ ਗਏ, ਗਿਆਨ ਹੋ ਗਿਆ ਉਹਨੂੰ ਉਸੇ ਵੇਲੇ। ਤੇ ਫਿਰ ਉਹਨੇ ਆਖਿਆ ਸੀ, ਮਹਾਰਾਜ ਆਪ ਤਾਂ ਪਰਮੇਸ਼ਰ ਹੋ, ਜਿਹਨੂੰ ਗਿਆਨ ਹੋ ਗਿਆ ਉਹਨੂੰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਾਸਤਵ ਰੂਪ ਦਿਸਿਆ ਕਿ ਮਹਾਰਾਜ ਤੁਸੀਂ ਪਰਮੇਸ਼ਰ ਹੋ, ਤੁਹਾਡੇ ਸਰੂਪ 'ਚ ਤਾਂ ਨਾਰੀ ਪੁਰਖ ਹੈ ਨਹੀਂ, ਤੇ ਮੈਨੂੰ ਥਾਪੜਾ ਕਿਉਂ ਨਹੀਂ ਦਿੱਤਾ? ਹਜੂਰ ਹੱਸ ਕੇ ਕਹਿੰਦੇ ਨੇ ਕਿ ਅਸੀਂ ਮਰਿਆਦਾ ਪੁਰਸ਼ੋਤਮ ਹਾਂ, ਸਾਡਾ ਅਵਤਾਰ ਮਰਿਆਦਾ ਪੁਰਸ਼ੋਤਮ ਹੈ। ਸਾਡੇ ਜਿਹੜੇ ਤਿਆਰ ਪਰ ਤਿਆਰ ਸਿੰਘ ਵੀ ਹੋਣਗੇ, ਪਰ ਇਸਤਰੀ ਨੂੰ ਹੱਥ ਨਹੀਂ ਲਾਇਆ ਕਰਨਗੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਖਿਆ ਸੀ। ਤੇ ਭਾਈ ਨੰਦ ਲਾਲ ਜੀ ਨੇ ਆਖਿਆ ਸੀ, ਬਾਜਾਂ ਵਾਲੇ ਸਤਿਗੁਰੂ ਆਪ ਤੋਂ ਵਾਰੇ ਵਾਰੇ ਜਾਵਾਂ। ਇਹ ਉਹੋ ਹੀ ਧਨਖ ਹੈ ਜਦੋਂ ਜ਼ਾਲਮ ਸਾਹਮਣੇ ਹੁੰਦਾ ਤੇ ਇਹਦੇ ਤੋਂ ਅੱਗ ਵਰਦੀ ਹੈ, ਤੇ ਉਹੋ ਹੀ ਧਨਸ਼ ਹੈ ਜਦੋਂ ਕੋਈ ਸ਼ਰਧਾ ਨਾਲ ਮੱਥਾ ਟੇਕਦਾ, ਉਸੇ ਧਨਸ਼ ਨੂੰ ਪਿੱਠ ਤੇ ਲਾ ਕੇ ਆਪ ਬ੍ਰਹਮ ਗਿਆਨ ਦੇ ਰਹੇ ਹੋ, ਸੱਚੋ ਸੱਚ ਬੁਝਾ ਰਹੇ ਹੋ, ਆਪਣੇ ਵਾਸਤਵ ਸਰੂਪ ਨੂੰ ਜਣਾ ਰਹੇ ਹੋ। ਇਹ ਮਹਾਰਾਜ ਕਹਿੰਦੇ ਨੇ ਸ਼ੇਖ ਬ੍ਰਹਮ ਜੀ ਸਤਿਗੁਰੂ ਜੀ ਹੀ ਕੇਵਲ ਜਣਾ ਸਕਦੇ ਐ। ਇਹ ਮਹਾਰਾਜ ਸਿੱਖਿਆ ਦਿੱਤੀ ਹੈ। ਹਜੂਰ ਰਹਿਮਤ ਕਰਨ ਮਹਾਰਾਜ ਦਾ ਉਪਦੇਸ਼ ਹਿਰਦੇ 'ਚ ਵਸੇ ਹੋਈਆਂ